सतनाम। वाखी गुरु साकिब जी। सतनाम। वाखी गुरु साकिब जी। एक ओंकार सतनाम। करता पुरख निर्भौ निर्वैर अकाल मूरत अजूनी सैभं गुर प्रसाद। तू मेरो मेर पर्वत स्वामी। ओट गही मैं तेरी। ना तुम डोलो हो ना हम गिरते। रख लीनी खर मेरी। अब तब जब कब तू ही हम तो प्रसाद। सुखी सदगी सुख टल गुर सेवियै। अहनिस सहज सुपाई। दर्शन परसे गुरु कै। जन्म मरण दुख जाई। होवे सिफत खसम दी। नूर अरशों कुरसों चटियै। तुद डिठे सच्चे पातशाह। मल जन्म जन्म दी कटियै। सज्जन सच्चा पातशाह। सिर शाहां दे शाह। जिस पास बैठिया सूखिए। सबना दा विसह। जिस पास बैठिया सूखिए। सबना दा विसह। सतनाम। वाखी गुरु साकिब जी।
खखा खोज परे जो कोई, जो खोजे सो बहुर ना कोई। खखा खोज परे जो कोई, जो खोजे सो बहुर ना कोई। खोज बूझ जो करे बिचारा, तो भव जल तरत ना लावे बारा। ससा सो शह सेज सवारे, सोई सही संदेह निवारे। अल्प सुख शाड परम सुख पावा, तब एह त्री ओह कंत कहावा। अल्प सुख शाड परम सुख पावा, तब एह त्री ओह कंत कहावा। वाहिगुरु जी का खालसा, वाहिगुरु जी की फतेह। जुगो जुगे अटल पतित पावन कृपा निधान चवर छतर तख्त दे मालक शब्द सतगुरु धन धन श्री गुरु ग्रंथ साहिब पातशाह जी सतगुरां दे दस्ते कर्म दा सदका सतगुरु श्री गुरु गोबिंद सिंह पातशाह जी दी चरण छूह प्राप्त इस पावन पवित्र इतिहासक अस्थान दियां हाजरियां भर रखे और सतगुरु श्री गुरु ग्रंथ साहिब महाराज जी दी पावन खजूरी अंदर हाजरीन हो बैठे सतसंगी जनों, गुरु साहिब जी की कृपा बख्शिश का सदका वर्ल्ड पंजाबी टीवी चैनल राही देशां विदेशां दे विच दूर बैठे गुरु कीयां संगतां भी सतगुरु सच्चे पातशाह जी की अमृतमयी पावन गुरबाणी दे नाल जुड़ रहीआं ने। सतगुरु सच्चे पातशाह जी की अपर अपार कृपा बख्शिश महरामत का सदका रोजाना दे वांग साहिब जी द्वारा बख्शे हुए उद्यम का सदका सतगुरु सच्चे पातशाह जी की पावन खजूरी अंदर अमृत वेले तो
ਦੀਵਾਨ ਸਜਾਏ ਗਏ ਨੇਮ ਅਨੁਸਾਰ ਨਿਤਨੇਮ ਪਾਵਨ ਬਾਣੀਆਂ ਦੇ ਪਾਠ, ਸ਼੍ਰੀ ਆਸਾ ਕੀ ਵਾਰ ਪਾਵਨ ਬਾਣੀ ਦੇ ਸ਼ਾਂਤ ਸ਼ਬਦ ਕੀਰਤਨ ਉਪਰੰਤ ਨਿਤਾ ਪ੍ਰਤੀ ਦੇ ਵਾਂਗ ਇਸ ਵੇਲੇ ਦਾ ਨੇਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੀ ਮੁਸਲਸਲ ਵਜ਼ਾਖਤ ਦਾ ਨੇਮ ਕਹੇ। ਮੌਜੂਦਾ ਸਮੇਂ ਦੇ ਵਿੱਚ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ 342 ਪਾਵਨ ਅੰਕ, ਇਸ ਪਾਵਨ ਅੰਕ ਤੇ ਰਾਗ ਗੌੜੀ ਅੰਦਰ ਭਗਤ ਕਬੀਰ ਸਾਹਿਬ ਜੀ ਜਿਨ੍ਹਾਂ ਦੁਆਰਾ ਉਚਾਰਨ ਕੀਤੀ ਹੋਈ ਪਾਵਨ ਬਾਣੀ 52 ਅੱਖਰੀ ਪਾਵਨ ਬਾਣੀ ਦੀ ਵਜ਼ਾਖਤ ਵਿਚਾਰ ਪਿਛਲੇ ਕੁਝ ਸਮੇਂ ਤੋਂ ਇਸ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ। ਇਹ ਪਾਵਨ ਬਾਣੀ ਜੋ ਕਿ ਗੌੜੀ ਰਾਗ ਅੰਦਰ ਦਰਜ ਹੈ ਔਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 340 ਪਾਵਨ ਅੰਕ ਤੋਂ ਇਸ ਪਾਵਨ ਬਾਣੀ ਦੀ ਆਰੰਭਤਾ ਹੁੰਦੀ ਹੈ। ਇਸ ਪਾਵਨ ਬਾਣੀ ਦੇ ਕਰੀਬਨ 39 ਬੰਦ ਪਿਛਲੇ ਦਿਨਾਂ ਦੇ ਦੌਰਾਨ ਸਤਿਕਾਰਤ ਗੁਰੂ ਸਵਾਰਿਆਂ ਪਾਸੋਂ ਆਪ ਜੀ ਵਿਚਾਰ ਸ਼ਰਵਨ ਕਰ ਚੁੱਕੇ ਹੋ। ਅੱਜ ਇਸ ਪਾਵਨ ਬਾਣੀ ਦਾ 40ਵਾਂ ਤੇ 41ਵਾਂ ਬੰਦ ਆਰੰਭਤਾ ਦੇ ਵਿੱਚ ਜਿਨ੍ਹਾਂ ਦਾ ਪਾਠ ਵੀ ਆਪ ਸਾਰਿਆਂ ਨੇ ਸ਼ਰਵਨ ਕੀਤਾ। ਇਹ ਦੋਵੇਂ ਬੰਦ, ਇਹ ਦੋਵੇਂ ਪੌੜੀਆਂ ਅੱਜ ਵਿਚਾਰ ਅਧੀਨ ਨੇ। ਅੱਜ ਦਾ ਇਤਿਹਾਸਕ ਦਿਹਾੜਾ ਵੀ ਹੈ। ਸਤਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਦਾ ਅੱਜ ਪਾਵਨ ਜੋਤੀ ਜੋਤ ਗੁਰਪੁਰਬ ਹੈ। ਭਾਵ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਅੱਜ ਦੇ ਦਿਹਾੜੇ ਸਨ 1539 ਈਸਵੀ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ, ਜਿਸ ਪਾਵਨ ਧਰਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਰੀਰ ਕਰਕੇ ਇਸ ਸੰਸਾਰ ਤੋਂ ਰੁਖਸਤ ਹੋਏ ਸਨ, ਉਸ ਦਿਹਾੜੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਗੁਰਪੁਰਬ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਤੋ ਇਸ ਇਤਿਹਾਸਕ ਦਿਹਾੜੇ ਬਾਬਤ ਵੀ ਆਪਾਂ ਵਿਚਾਰ ਸਾਂਝੇ ਕਰਨ ਦਾ ਯਤਨ ਕਰਾਂਗੇ। ਆਓ ਜੋ ਲੜੀਵਾਰ ਵਿਚਾਰ ਹੈ 52 ਅੱਖਰੀ ਪਾਵਨ ਬਾਣੀ ਦੀ, ਇਸ ਲੜੀਵਾਰ ਵਿਚਾਰ ਦੇ ਨਾਲ ਜੁੜਨ ਤੋਂ ਪਹਿਲਾਂ ਆਪਣੀਆਂ ਮਨੋਵਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਖੱਖਾ ਖੋਜ ਪਰੇ ਜੋ ਕੋਈ। 52 ਅੱਖਰੀ ਪਾਵਨ ਬਾਣੀ ਭਗਤ ਕਬੀਰ ਸਾਹਿਬ ਜੀ ਦੁਆਰਾ ਉਚਾਰਨ ਕੀਤੀ ਹੋਈ ਹੈ। ਇਸ ਪਾਵਨ ਬਾਣੀ ਦੇ ਸਿਰਲੇਖ ਬਾਬਤ ਜਾਂ ਇਸ ਪਾਵਨ ਬਾਣੀ ਬਾਬਤ ਕਈ ਵਿਚਾਰਾਂ ਪਿਛਲੇ ਦਿਨਾਂ ਦੇ ਵਿੱਚ ਸਤਿਕਾਰਤ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਸ਼ਰਵਣ ਕੀਤੀਆਂ ਨੇ। ਆਪ ਸਾਰਿਆਂ ਨੂੰ ਗਿਆਤ ਹੋਏਗਾ ਕਿ ਇਸ ਪਾਵਨ ਬਾਣੀ ਅੰਦਰ ਭਗਤ ਜੀ ਨੇ ਅੱਖਰਾਂ ਦਾ ਜ਼ਿਕਰ ਕੀਤਾ ਹੈ ਔਰ ਅੱਖਰਾਂ ਦਾ ਜ਼ਿਕਰ ਕਰਦਿਆਂ ਭਗਤ ਜੀ ਅੱਖਰਾਂ ਰਾਹੀਂ ਉਸ ਨਿਰੰਕਾਰ ਪ੍ਰਭੂ ਦੇ ਨਾਲ ਸਾਨੂੰ ਜੋੜਦੇ ਨੇ। ਅੱਖਰਾਂ ਰਾਹੀਂ ਮਾਲਕ ਪ੍ਰਭੂ ਦੀ ਵਿਚਾਰ, ਮਾਲਕ ਪ੍ਰਭੂ ਦਾ ਉਪਦੇਸ਼
ਭਗਤ ਜੀ ਨੇ ਇਸ ਪਾਵਨ ਬਾਣੀ ਰਾਹੀਂ ਸਾਨੂੰ ਬਖਸ਼ਿਸ਼ ਕੀਤਾ। ਅਸਲ 'ਚ ਪਿਆਰਿਓ, ਮਨੁੱਖ ਦੇ ਅੰਦਰ ਜੋ ਕੁਝ ਹੁੰਦਾ ਹੈ, ਕਿਤੇ ਨਾ ਕਿਤੇ ਇਸ ਮਨੁੱਖ ਦੀ ਬਹਿਰੂਨੀ ਬੋਲ ਬਾਣੀ ਜਾਂ ਇਸ ਮਨੁੱਖ ਦੀ ਜੋ ਬਹਿਰੂਨੀ ਤੌਰ 'ਤੇ ਜੀਵਨ ਜੁਗਤ ਹੈ, ਜੋ ਇਸ ਮਨੁੱਖ ਦੇ ਕਰਮ ਨੇ, ਉਹਨਾਂ ਤੋਂ ਇਸ ਮਨੁੱਖ ਦੇ ਅੰਦਰ ਦੀ ਅਵਸਥਾ ਝਲਕਦੀ ਹੈ। ਜੋ ਕੁਝ ਅੰਦਰ ਹੁੰਦਾ ਹੈ ਉਹ ਕਿਤੇ ਨਾ ਕਿਤੇ ਬਾਹਰ ਪ੍ਰਗਟ ਹੁੰਦਾ ਹੈ। ਜਿਵੇਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੇ ਨਿਰਣਾ ਦਿੱਤਾ ਵੀ ਜੇ ਕਿਸੇ ਦੇ ਅੰਦਰ ਨਾਮ ਰੂਪੀ ਰਤਨ ਹੋਏ ਤੇ ਉਹ ਬੰਦਾ ਭਾਵੇਂ ਜਿੰਨਾ ਮਰਜ਼ੀ ਨਾਮ ਰੂਪੀ ਰਤਨ ਨੂੰ ਲੁਕਾਉਣ ਦਾ ਯਤਨ ਕਰੇ, ਤੇ ਅੰਮ੍ਰਿਤਮਈ ਪਾਵਨ ਬਾਣੀ ਅੰਦਰ ਸਾਕਿਬ ਜੀ ਸਮਝਾਉਂਦੇ ਨੇ, ਰਤਨ ਲੁਕਾਇਆ ਲੁਕੈ ਨਾਹੀਂ, ਜੇ ਕੋ ਰੱਖੈ ਲੁਕਾਈ। ਨਾਮ ਰੂਪੀ ਰਤਨ ਕਦੇ ਲੁਕਦਾ ਨਹੀਂ ਹੁੰਦਾ। ਜੇ ਕਿਸੇ ਦੇ ਅੰਦਰ ਨਾਮ ਰੂਪੀ ਰਤਨ ਹੈ, ਭਾਵ ਜੇ ਕਿਸੇ ਦੇ ਅੰਦਰ ਮਾਲਕ ਪ੍ਰਭੂ ਦੇ ਗੁਣਾਂ ਦੀ ਮੌਜੂਦਗੀ ਹੈ, ਉਹਦੀ ਬੋਲ ਬਾਣੀ, ਉਹਦਾ ਰਹਿਣ ਸਹਿਣ, ਉਹਦੀ ਜੀਵਨ ਸ਼ੈਲੀ ਦਰਸਾ ਦਿੰਦੀ ਹੈ ਵੀ ਇਹਦੇ ਅੰਦਰ ਮਾਲਕ ਪ੍ਰਭੂ ਦੇ ਗੁਣਾਂ ਦੀ ਮੌਜੂਦਗੀ ਹੈ। ਭਾਵ ਜੋ ਕੁਝ ਮਨੁੱਖ ਦੇ ਅੰਦਰ ਹੁੰਦਾ ਹੈ, ਇਹੀ ਕਾਰਨ ਜੇ ਕਿਤੇ ਕੋਈ ਅਵਗਣਿਆਰਾ ਮਨੁੱਖ ਹੈ, ਜੇ ਕਿਤੇ ਕੋਈ ਵਿਕਾਰਾਂ ਦੇ ਨਾਲ ਲਬਰੇਜ਼ ਹੈ, ਉਹ ਆਪਣੇ ਇਸ ਜ਼ੁਬਾਨ ਤੋਂ ਕਈ ਵਾਰ ਉਹ ਗੱਲਾਂ ਸਾਂਝੀਆਂ ਕਰਦਾ ਹੈ, ਉਹ ਗੱਲਾਂ ਬੋਲਦਾ ਹੈ, ਉਹ ਸ਼ਬਦ ਉਹਦੀ ਜ਼ੁਬਾਨ ਤੋਂ ਬੋਲੇ ਜਾਂਦੇ ਨੇ ਜਿਨ੍ਹਾਂ ਸ਼ਬਦਾਂ ਦੇ ਵਿੱਚ ਕੇਵਲ ਤੇ ਕੇਵਲ ਵਿਕਾਰਾਂ ਦੀ ਝਲਕ ਪੈਂਦੀ ਹੈ, ਜਿਹੜੇ ਸ਼ਬਦ ਵਿਕਾਰਾਂ ਨਾਲ ਭਰਪੂਰ ਹੁੰਦੇ ਨੇ। ਭਗਤ ਕਬੀਰ ਸਾਹਿਬ ਜੀ ਦੇ ਪਾਵਨ ਬਾਣੀ ਦੇ ਵਿੱਚੋਂ ਆਪਾਂ ਬਚਨ ਪੜ੍ਹਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਭਗਤ ਜੀ ਬਾਬਤ ਜ਼ਿਕਰ ਕੀਤਾ, ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਹਰਾ ਭਇਓ ਗੁਣੀ ਗਹੀਰਾ। ਭਗਤ ਜੀ ਕਬੀਰ ਸਾਹਿਬ ਜੀ ਜਿਨ੍ਹਾਂ ਦਾ ਉਸ ਨਿਰੰਕਾਰ ਪ੍ਰਭੂ ਦੇ ਨਾਲ ਪਿਆਰ ਹੈ, ਜਿਨ੍ਹਾਂ ਦੀ ਉਸ ਮਾਲਕ ਪ੍ਰਭੂ ਦੇ ਨਾਲ ਪ੍ਰੀਤ ਹੈ, ਪ੍ਰੀਤ ਚਰਨ ਕਬੀਰਾ। ਭਗਤ ਕਬੀਰ ਸਾਹਿਬ ਜੀ ਦੀ ਪ੍ਰੀਤ ਉਸ ਨਿਰੰਕਾਰ ਪ੍ਰਭੂ ਦੇ ਚਰਨਾਂ ਨਾਲ ਵੱਜ ਜਾਂਦੀ ਹੈ। ਤੇ ਇਹ ਪਿਆਰ, ਇਹ ਪ੍ਰੀਤ ਕੈਸੀ ਆ? ਇਹ ਪਿਆਰ, ਇਹ ਪ੍ਰੀਤ, ਇਹਦਾ ਜ਼ਿਕਰ ਕਰਦਿਆਂ ਕਬੀਰ ਜੀ ਨੇ ਪਾਵਨ ਬਾਣੀ ਅੰਦਰ ਸਾਨੂੰ ਸਮਝਾਇਆ ਹੈ, ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ। ਭਗਤ ਜੀ ਕਹਿੰਦੇ ਵੀ ਮੈਨੂੰ ਤੇਰੀ ਪਿੱਠ ਨਹੀਂ ਮਨਜ਼ੂਰ, ਮੈਨੂੰ ਆਰਾ ਤਾਂ ਮਨਜ਼ੂਰ ਹੈ, ਮੈਨੂੰ ਆਪਣੇ ਇਸ ਸਰੀਰ ਨੂੰ ਆਰੇ ਦੇ ਨਾਲ ਚਿਰਾਉਣਾ ਤਾਂ ਮਨਜ਼ੂਰ ਹੈ, ਪਰ ਹੇ ਮਾਲਕ ਪ੍ਰਭੂ ਤੇਰੇ ਤੋਂ ਮੁਨਕਰ ਹੋਣਾ, ਤੈਨੂੰ ਪਿੱਠ ਦੇਣੀ, ਇਹ ਮੈਨੂੰ ਬਿਲਕੁਲ ਵੀ ਸਵੀਕਾਰ ਨਹੀਂ, ਤੇਰੀ ਪਿੱਠ ਨਹੀਂ ਮੈਨੂੰ ਸਵੀਕਾਰ। ਹਾਂ, ਇਹਦੇ ਬਦਲਵੇਂ ਰੂਪ ਅੰਦਰ ਮੈਨੂੰ ਆਪਣੇ ਸਰੀਰ ਨੂੰ ਭਾਵੇਂ ਆਰੇ ਨਾਲ ਕਿਉਂ ਨਾ ਚਿਰਾਉਣਾ ਪਏ, ਕਬੀਰ ਸਾਹਿਬ ਜੀ ਕਹਿੰਦੇ ਇਹ ਮੈਨੂੰ ਕਬੂਲ ਹੈ। ਕਿਤੇ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ, ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਧਰੋ ਕੇ ਪਿਆਰ। ਕਬੀਰ ਸਾਹਿਬ ਜੀ ਕਹਿੰਦੇ ਉਹਦੀ ਬੰਦਗੀ ਧਾਰਨ ਕਰ, ਤੇ ਉਹਦੀ ਬੰਦਗੀ, ਉਹਦਾ ਪਿਆਰ ਆਪਣੇ ਮਨ 'ਚ ਵਸਾ। ਸਾਹਿਬ ਵੱਲੋਂ ਭਾਵੇਂ ਰੋਸ, ਸਾਹਿਬ ਵੱਲੋਂ ਭਾਵੇਂ ਪਿਆਰ ਪ੍ਰਾਪਤ ਹੋਏ, ਸਾਹਿਬ ਭਾਵੇਂ ਗੁੱਸਾ ਕਰੇ, ਇਸ ਗੱਲ ਦੀ ਪਰਵਾਹ ਨਾ ਕਰ, ਤੂੰ ਕੇਵਲ ਤੇ ਕੇਵਲ ਉਸ ਨਿਰੰਕਾਰ ਪ੍ਰਭੂ ਦੇ ਨਾਲ ਪਿਆਰ ਕਰ, ਉਹਦੇ ਨਾਲ ਪ੍ਰੀਤ ਪਾ। ਜਾਂ ਕਬੀਰ ਸਾਹਿਬ ਜੀ ਦੇ ਪਾਵਨ ਬਾਣੀ ਦੇ ਵਿੱਚੋਂ ਆਪਾਂ ਬਚਨ ਪੜ੍ਹਦੇ ਹਾਂ, ਅਬ ਤੋ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰਿੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਏ ਨਾ ਸਕੈ ਪਛਾਣੀ। ਭਗਤ ਜੀ ਕਹਿੰਦੇ ਵੀ ਮੈਂ ਉਹਦਾ ਰੂਪ ਹੋ ਗਿਆ ਹਾਂ, ਮੈਂ ਉਹਦਾ ਹੋ ਗਿਆ ਹਾਂ, ਉਹਦੇ 'ਚ ਅਭੇਦ ਹੋ ਗਿਆ ਹਾਂ। ਹੁਣ ਉਹਦੇ ਅੰਦਰ ਜਦੋਂ ਮੈਂ ਮਿਲ ਗਿਆ ਹਾਂ,
ਹੁਣ मैं ਉਹਦੇ ਨਾਲੋਂ ਬਿਲਕੁਲ ਵੀ ਵੱਖਰਾ ਨਹੀਂ ਹਾਂ। तो भाव भगत जी की यह अवस्था सी। भगत जी इदा अंदरों उस मालिक प्रभु नाल जुड़े हुए सन। यही कारण सतगुरु सच्चे पातशाह जी ने जिक्र किया, बुनना तनना त्याग कै प्रीत चरण कबीरा, नीच कुला जुलाहरा भयो गुणी गहीरा। ते इसे प्यार इसे प्रीत दा सदका भगत कबीर साहिब जी अंदरों उस निरंकार प्रभु दे गुणा नाल लबरेज हो जाते हैं, अंदरों उस मालिक प्रभु दे गुणा नाल नका नक भर जाते हैं। तो जदों अंदरों गुणा नाल भरे हुए ने, यही कारण ज़ुबान तो जिहड़े शब्द निकलते ने ना, ज़ुबान तो जिहड़े शब्द निकले उन्हां शब्दां दे विच भी केवल ते केवल मालिक प्रभु की बंदगी, उस निरंकार प्रभु के गुण ही झलकते हैं। यही कारण भगत जी ने इन्हां अखरां राहीं जो कुछ अंदर सी, भगत जी ने इन्हां अखरां का इस्तेमाल करदियां होइयां निरंकार प्रभु की गल कीती, उस मालिक प्रभु की बंदगी की गल कीती, उस निरंकार प्रभु दे नाल जोड़न वाली विचार इन्हां अखरां राहीं भगत जी ने सानू बख्शिश की है। तकरीबन इस पावन बाणी दे विच भगत कबीर साहिब जी उन्होंने वख वख अखरां दा जिक्र किया है। कुछ अखर काव दा असल च ये ढंग हुंदा है, इनू काव सुधा कहा जाता है। जिवें काव दे विच श्लोक शब्द शंत अष्टपदियाँ ये सारे ढंग वरते गए ने। इदां काव नूं लिखण दा बयां करन दा ये भी एक ढंग है जिहड़ा भगत कबीर साहिब जी ने वरतिया आ, जिन्हों 52 अखरी पावन बाणी का नाम दिता गया। इहदे च भगत जी ने अखरां दा जिक्र किया ते कुछ अखर इस पावन बाणी दे विच आपां वेखांगे जिन्हां अखरां नूं दुबारा दुबारा भगत कबीर साहिब जी ने दोहराया भी है। जिवें खखे अखर का भी पहलां भी जिक्र आ चुका है और सस्से अखर का भी पहलां जिक्र आ चुका है। तो इत्थे भी भगत जी ने खखे अखर का जिक्र किया ते नाल दी नाल सस्से अखर का भी जिक्र किया। तो इस पावन बाणी अंदर कई अखर ऐसे ने जिन्हां अखरां नूं भगत जी ने दुबारा दुबारा दोहराया भी है। अज दे इस पावन पद अंदर खखे अखर राहीं भगत जी जो उपदेश बख्शिश करते ने, खखा खोज परै जो कोई। भगत जी कहते भी खखे अखर तो सेध लै, खखे अखर तो ये सिखिया लै। खखे अखर तो सिखिया की, सेध की? भगत जी कहते खोजी बन, खोज कर। खखा खोज परै जो कोई। जे कोई इस खोज दे विच पै जांदा है, किहड़ी खोज? उहदा भगत जी ने जिक्र किया है। जे कोई इस खोज दे विच पै जांदा है कि अपने अंतर अपने अंदरों उस निरंकार प्रभु नूं खोजण दा यतन करदा है, जिहड़ा कोई इस खोज दे विच पै जांदा है, खखा खोज परै जो कोई। हुण देखो उन्होंने खोजण का जिक्र पावन बाणी ने कई बार किया। खोजिया जाता है कोई वस्त जिन्हों आपां खोजते हैं, एक तो जिस जिहड़ा उस वस्त का ठिकाना हुंदा है, जिहड़ी उस वस्त की ठोर हुंदी है, ठिकाने ते खोजांगे तो सानू वो वस्त प्राप्त होएगी। जे ठिकाने ते खोजांगे, ठिकाने ते खोज नहीं करांगे तो फिर भावें महीनियां बद्धी खोजते रहिए, दिनां बद्धी खोजते रहिए, सालां बद्धी खोजते रहिए, साडी सारी खोज विफल हुंदी है, साडी सारी खोज बिल्कुल खाली जांदी है जे ठिकाने ते नहीं खोजांगे। ते दूजी गल, कोई वस्त जिथों गवाची आ
ਉੱਥੋਂ ਲੱਭਾਂਗੇ ਤਾਂ ਸਾਨੂੰ ਉਹ ਵਸਤ ਪ੍ਰਾਪਤ ਹੋਏਗੀ। ਕੋਈ ਵਸਤ ਜਿੱਥੋਂ ਗਵਾਚੀ ਆ ਉੱਥੋਂ ਲੱਭਾਂਗੇ ਤਾਂ ਸਾਨੂੰ ਉਹ ਵਸਤ ਪ੍ਰਾਪਤ ਹੋਏਗੀ। ਜੇ ਕੋਈ ਵਸਤ ਗਵਾਚੀ ਕਿਸੇ ਹੋਰ ਥਾਂ ਤੇ ਹੈ ਤੇ ਲੱਭ ਅਸੀਂ ਕਿਸੇ ਹੋਰ ਥਾਂ ਤੇ ਰਹੇ ਹਾਂ, ਉਹ ਵੀ ਸਾਡਾ ਭਾਵੇਂ ਜਿੰਨਾ ਮਰਜ਼ੀ ਯਤਨ ਹੋਏ, ਮਹੀਨਿਆਂ ਬੱਧੀ ਹੋਵੇ, ਸਾਲਾਂ ਬੱਧੀ ਹੋਵੇ, ਸਾਡਾ ਸਾਰਾ ਯਤਨ ਬਿਲਕੁਲ ਫਜ਼ੂਲ ਜਾਏਗਾ। ਜਿੱਥੋਂ ਕੋਈ ਚੀਜ਼ ਗਵਾਚੀ ਆ ਉੱਥੋਂ ਲੱਭੀਏ ਤਾਂ ਹੀ ਲੱਭਦੀ ਆ, ਜਾਂ ਜਿਸ ਵਸਤ ਦਾ ਜਿਹੜਾ ਠਿਕਾਣਾ ਆ ਉਸ ਠਿਕਾਣੇ ਤੇ ਖੋਜਾਂਗੇ ਤਾਂ ਹੀ ਸਾਨੂੰ ਪ੍ਰਾਪਤ ਹੋਏਗੀ, ਨਹੀਂ ਤਾਂ ਸਾਡੀ ਸਾਰੀ ਖੋਜ ਬਿਲਕੁਲ ਬੇਮਾਇਨੇ ਹੋਏਗੀ, ਸਾਰੀ ਖੋਜ ਸਾਡੀ ਵਿਫਲ ਜਾਏਗੀ। ਇਹਨੂੰ ਦੁਨਿਆਵੀ ਤੌਰ ਤੇ ਆਪਾਂ ਉਦਾਹਰਨ ਰਾਹੀਂ ਸਮਝੀਏ ਕਿ ਸਾਡਾ ਕੋਈ ਸੰਬੰਧੀ, ਕੋਈ ਰਿਸ਼ਤੇਦਾਰ, ਉਹਦਾ ਠਿਕਾਣਾ ਆ, ਸਾਨੂੰ ਪਤਾ ਹੈ ਵੀ ਉਹਦੀ ਠੋਰ, ਉਹਦਾ ਠਿਕਾਣਾ ਇਸ ਸ਼ਹਿਰ ਦੇ ਵਿੱਚ ਹੈ। ਹੁਣ ਜੇ ਉਹਦੀ ਠੋਰ ਦਾ ਸਾਨੂੰ ਪਤਾ ਹੈ, ਉਹਦੇ ਠਿਕਾਣੇ ਦਾ ਸਾਨੂੰ ਪਤਾ ਹੈ, ਤੇ ਉਹਦੇ ਠਿਕਾਣੇ ਤੇ ਜਾ ਕੇ ਉਹਨੂੰ ਖੋਜਾਂਗੇ ਤੇ ਫਿਰ ਹੋ ਸਕਦਾ ਹੈ ਵੀ ਕਿਤੇ ਨਾ ਕਿਤੇ ਜਾ ਕੇ ਉਹਦਾ ਘਰ ਅਸੀਂ ਲੱਭ ਲਈਏ। ਵੀ ਮੰਨ ਲਓ ਸਾਡਾ ਕੋਈ ਸੰਬੰਧੀ, ਕੋਈ ਰਿਸ਼ਤੇਦਾਰ, ਉਹ ਕਿਸੇ ਸ਼ਹਿਰ ਦੇ ਵਿੱਚ ਵੀ ਉਹਦੀ ਠੋਰ ਹੈ, ਉਹਦਾ ਠਿਕਾਣਾ ਹੈ, ਤੇ ਉਹਨੂੰ ਉਸ ਸ਼ਹਿਰ ਦੇ ਵਿੱਚ ਜਾ ਕੇ ਖੋਜਣ ਦੀ ਬਜਾਏ ਅਸੀਂ ਕਿਸੇ ਹੋਰ ਦੂਜੇ ਸ਼ਹਿਰ ਦੇ ਵਿੱਚ ਜਾ ਕੇ ਉਹਨੂੰ ਲੱਭ ਰਹੇ ਹਾਂ। ਤੇ ਭਾਵੇਂ ਆਪਾਂ ਮਹੀਨਿਆਂ ਬੱਧੀ ਲੱਭਦੇ ਰਹੀਏ, ਸਾਲਾਂ ਬੱਧੀ ਲੱਭਦੇ ਰਹੀਏ, ਕਦੇ ਵੀ ਨਹੀਂ ਲੱਭਣ ਲੱਗਾ। ਕਿਉਂਕਿ ਜਿਹੜਾ ਉਹਦਾ ਠਿਕਾਣਾ ਆ, ਜਿਹੜੀ ਉਹਦੀ ਠੋਰ ਹੈ, ਉੱਥੇ ਜਾ ਕੇ ਲੱਭਾਂਗੇ ਤਾਂ ਹੀ ਸਾਨੂੰ ਉਹ ਲੱਭੇਗਾ, ਤਾਂ ਹੀ ਸਾਡੀ ਜਿਹੜੀ ਖੋਜ ਹੈ ਉਹ ਖੋਜ ਸਫਲ ਹੋਏਗੀ। ਪਰਵਾਨਾ ਜੀ ਗੁਰਾਂ ਨੇ ਬੜੀ ਪਿਆਰੀ ਇੱਕ ਗਾਥਾ ਦਾ ਜ਼ਿਕਰ ਕੀਤਾ ਸਮਝਣ ਦੇ ਲਈ, ਵੀ ਇੱਕ ਮਾਤਾ ਉਹ ਨਾ ਕਿਸੇ ਚੌਂਕ ਦੇ ਵਿੱਚ ਚਾਨਣੇ ਦੇ ਵਿੱਚ ਕੋਈ ਚੀਜ਼ ਲੱਭ ਰਹੀ ਆ। ਬੜਾ ਚਿਰ ਹੋ ਗਿਆ ਮਾਂ ਨੂੰ ਕਿਸੇ ਚੌਂਕ ਤੇ ਚਾਨਣੇ ਦੇ ਵਿੱਚ ਕਿਸੇ ਚੀਜ਼ ਨੂੰ ਲੱਭਦਿਆਂ ਹੋਇਆਂ। ਨੇੜ ਦੀ ਲੰਘਦਿਆਂ ਕੋਈ ਮਨੁੱਖ ਵੇਖਦਾ ਵੀ ਇਹ ਮਾਂ ਕਾਫੀ ਚਿਰ ਤੋਂ ਸ਼ਾਇਦ ਕੋਈ ਚੀਜ਼ ਲੱਭਣ ਦਾ ਯਤਨ ਕਰ ਰਹੀ ਆ, ਕਾਫੀ ਚਿਰ ਤੋਂ ਲੱਗੀ ਹੋਈ ਆ, ਤੇ ਇੰਜ ਜਾਪਦਾ ਵੀ ਜਿੱਦਾਂ ਇਸ ਮਾਂ ਦੀ ਕੋਈ ਚੀਜ਼ ਗਵਾਚੀ ਆ ਤੇ ਆਪਣੀ ਗਵਾਚੀ ਹੋਈ ਕਿਸੇ ਚੀਜ਼ ਨੂੰ ਲੱਭ ਰਹੀ ਆ। ਤੇ ਉਸ ਨੌਜਵਾਨ ਨੇ ਮਾਂ ਕੋਲ ਆ ਕੇ ਪੁੱਛਣਾ ਕੀਤਾ। ਉਹ ਕਹਿੰਦਾ ਵੀ ਮਾਤਾ ਜੀ, ਲੱਗਦਾ ਇੱਦਾਂ ਵੀ ਤੁਸੀਂ ਕੋਈ ਚੀਜ਼ ਨੂੰ ਲੱਭ ਰਹੇ ਹੋ, ਤੁਹਾਡੀ ਕੋਈ ਚੀਜ਼ ਗਵਾਚ ਗਈ ਆ। ਜੇ ਮੈਨੂੰ ਦੱਸੋ ਤੁਹਾਡੀ ਉਸ ਵਸਤ ਨੂੰ ਲੱਭਣ ਦੇ ਵਿੱਚ ਤੁਹਾਡੀ ਮਦਦ ਕਰ ਸਕਦਾ। ਜੇ ਦੱਸ ਦਿਓ ਵੀ ਕਿਹੜੀ ਚੀਜ਼ ਗਵਾਚੀ ਆ ਤੇ ਮੈਂ ਲੱਭਣ ਦੇ ਵਿੱਚ ਤੁਹਾਡੀ ਮਦਦ ਕਰਾਂਗਾ। ਮਾਂ ਨੇ ਅੱਗੋਂ ਜਵਾਬ ਦਿੱਤਾ ਵੀ ਮੇਰੀ ਸੂਈ ਗਵਾਚ ਗਈ ਆ, ਘਰ ਦੇ ਵਿੱਚ ਮੇਰੀ ਸੂਈ ਗਵਾਚੀ ਆ, ਤੇ ਮੈਂ ਆਪਣੀ ਗਵਾਚੀ ਹੋਈ ਸੂਈ ਨੂੰ ਇੱਥੇ ਲੱਭ ਰਹੀ ਹਾਂ। ਉਹ ਬੰਦਾ ਕਹਿੰਦਾ ਵੀ ਮਾਂ, ਵੀ ਸੂਈ ਤੇਰੀ ਘਰ ਦੇ ਵਿੱਚ ਗਵਾਚੀ ਆ, ਲੱਭ ਤੂੰ ਇੱਥੇ ਰਹੀ ਆ, ਤੇ ਇੱਥੇ ਭਾਵੇਂ ਜਿੰਨਾ ਚਿਰ ਮਰਜ਼ੀ ਲੱਭਦੀ ਰਹਿ, ਉਹ ਚੀਜ਼ ਬਿਲਕੁਲ ਵੀ ਲੱਭਣ ਨਹੀਂ ਲੱਗੀ। ਤੇ ਮਾਂ ਕਹਿੰਦੀ ਆ ਵੀ ਅਸਲ 'ਚ ਮੇਰੇ ਘਰ 'ਚ ਹਨੇਰਾ ਸੀਗਾ, ਇੱਥੇ ਚਾਨਣਾ ਸੀ, ਇੱਥੇ ਪ੍ਰਕਾਸ਼ ਸੀ, ਤਾਂ ਕਰਕੇ ਮੈਂ ਚਾਨਣੇ ਦੇ ਵਿੱਚ ਉਸ ਚੀਜ਼ ਨੂੰ ਲੱਭ ਰਹੀ ਹਾਂ। ਤੇ ਉਹ ਬੰਦਾ ਕਹਿੰਦਾ ਵੀ ਮਾਂ, ਭਾਵੇਂ ਪ੍ਰਕਾਸ਼ ਹੋਏ, ਭਾਵੇਂ ਚਾਨਣਾ ਹੋਏ, ਇੱਥੋਂ ਉਹ ਤੈਨੂੰ ਗਵਾਚੀ ਹੋਈ ਸੂਈ ਲੱਭਣ ਨਹੀਂ ਲੱਗੀ, ਕਿਉਂਕਿ ਜਿੱਥੇ ਗਵਾਚੀ ਆ ਉੱਥੇ ਜਾ ਕੇ ਲੱਭੇਗੀ ਤਾਂ ਲੱਭੇਗੀ। ਤਾਂ ਭਾਵ ਹੈ ਵੀ ਕੋਈ ਚੀਜ਼ ਜਿੱਥੇ ਗਵਾਚੀ ਹੁੰਦੀ ਹੈ ਉੱਥੋਂ ਲੱਭੀਏ, ਜਾਂ ਕਿਸੇ ਚੀਜ਼ ਦਾ ਜਿੱਥੇ ਠਿਕਾਣਾ ਹੁੰਦਾ, ਜਿੱਥੇ ਠੋਰ ਹੁੰਦੀ ਹੈ, ਉੱਥੋਂ ਉਹਨੂੰ ਲੱਭੀਏ ਤਾਂ ਕਿਤੇ ਜਾ ਕੇ ਉਹ ਸਾਨੂੰ ਮਿਲਦੀ ਆ। ਜੇ ਠੋਰ ਤੇ ਠਿਕਾਣੇ ਤੇ ਜਾ ਕੇ ਨਾ ਲੱਭੀਏ, ਜਾਂ ਜਿੱਥੇ ਗਵਾਚੀ ਹੈ ਉੱਥੋਂ ਲੱਭਣ ਦਾ ਯਤਨ ਨਾ ਕਰੀਏ, ਤੇ ਫਿਰ ਬਹਿਰੂਨੀ ਤੌਰ ਤੇ ਭਾਵੇਂ ਭਾਵ ਹੋਰ ਕਿਸੇ ਥਾਂ ਤੇ ਭਾਵੇਂ ਮਹੀਨਿਆਂ ਬੱਧੀ ਖੋਜਦੇ ਰਹੀਏ, ਸਾਲਾਂ ਬੱਧੀ ਖੋਜਦੇ ਰਹੀਏ, ਉਹ ਕਦੇ ਵੀ ਨਹੀਂ ਲੱਭਦੀ। ਉਹ ਗਵਾਚੀ ਹੈ ਸਾਡੇ ਅੰਦਰ, ਜਾਂ ਉਹਦੀ ਠੋਰ ਹੈ ਸਾਡਾ ਖਿਰਦਾ, ਉਹਦਾ ਠਿਕਾਣਾ ਹੈ ਸਾਡਾ ਅੰਦਰਲਾ। ਇਸੇ ਕਰਕੇ ਅੰਮ੍ਰਿਤਮਈ ਪਾਵਨ ਬਾਣੀ ਨੇ ਸਿੱਖਿਆ ਦਿੱਤੀ ਆ
ਉਹਨੂੰ ਅੰਦਰੋਂ ਲੱਭਾਂਗੇ ਤਾਂ ਸਾਨੂੰ ਉਹ ਪ੍ਰਾਪਤ ਹੋਏਗਾ। ਜੇ ਉਹਨੂੰ ਬਾਹਰੋਂ ਲੱਭਾਂਗੇ ਤੇ ਉਹ ਕਦੇ ਵੀ ਸਾਨੂੰ ਨਹੀਂ ਪ੍ਰਾਪਤ ਹੋਏਗਾ। ਜੇ ਉਹਨੂੰ ਅੰਦਰੋਂ ਛੱਡ ਕੇ ਬਾਹਰੋਂ ਭਾਲਣ ਦਾ ਯਤਨ ਕਰਾਂਗੇ, ਇਹ ਖੋਜ ਸਾਡੀ ਸਾਰੀ ਵਿਫਲ ਹੈ। ਇਸੇ ਕਰਕੇ ਪਾਵਨ ਬਾਣੀ ਅੰਦਰ ਜ਼ਿਕਰ ਮਿਲਦਾ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਵੀ ਕਾਹਦੇ ਲਈ ਬਾਹਰੂਨੀ ਤੌਰ ਤੇ ਤੂੰ ਉਹਨੂੰ ਲੱਭ ਰਿਹਾ ਹੈ, ਆਪਣਾ ਅੰਦਰਲਾ ਛੱਡ ਕੇ, ਅਸਲ ਠਿਕਾਣਾ ਛੱਡ ਕੇ ਬਾਹਰੂਨੀ ਤੌਰ ਤੇ ਲੱਭਿਆ ਉਹ ਕਦੇ ਵੀ ਨਹੀਂ ਲੱਭੇਗਾ। ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ, ਉਹ ਤੇਰੇ ਸੰਗ, ਤੇਰੇ ਅੰਦਰ ਸਮਾਇਆ ਹੋਇਆ ਹੈ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਿਸਤਾਰ ਕੀਤਾ, पूखप मद ज्यों बास बस्त है, मुकर माहे जैसे शाई, तैसे ही हर बसे निरंतर, घट ही खोजो पाई। वो इदां एक रस तेरे अंदर व्याप रहा है, तेरे अंदर वस रहा है। धन गुरु तेग बहादुर महाराज जी कहते तां लभेगा जे अपने अंदरों उन्हों लभेगा। जिथे बहरूनी तौर पर भी ਉਹਦੀ ਠੋਰ ਉਹਦੇ ठिकाने ਤੇ ਉਹਨੂੰ ਨਹੀਂ ਲੱਭਿਆ ਜਾਂਦਾ, ਉਹਦੀ ਖੋਜ ਨਹੀਂ ਕੀਤੀ ਜਾਂਦੀ। ਇਹਦੇ ਬਾਬਤ ਪਾਵਨ ਬਾਣੀ ਦੇ ਵਿੱਚ ਕਈ ਬਚਨ ਨੇ। ਬਾਬਾ ਫਰੀਦ ਸਾਹਿਬ ਜੀ ਦਾ ਪਾਵਨ ਸ਼ਲੋਕ ਆਪਾਂ ਪੜ੍ਹਦੇ ਹਾਂ, ਫਰੀਦਾ ਜੰਗਲ ਜੰਗਲ ਕਿਆ ਭਵੇਂ, ਵਨ ਕੰਡਾ ਮੋੜੇ, ਵਸੀ ਰੱਬ ਖਿਆਲੀ ਹੈ, ਜੰਗਲ ਕਿਆ ਢੂੰਡੇ। ਵੀ ਉਹ ਤੇਰੇ ਹਿਰਦੇ ਦੇ ਵਿੱਚ ਹੈ, ਉਹਨੂੰ ਬਾਹਰੋਂ ਤੂੰ ਕੀ ਲੱਭਦਾ, ਉਹ ਤੇਰੇ ਹਿਰਦੇ ਦੇ ਵਿੱਚ ਹੈ। ਤੇ ਉਹਦਾ ਜਿਹੜਾ ਅਸਲ ਠਿਕਾਣਾ ਆ, ਉਹਦੀ ਜਿਹੜੀ ਅਸਲ ਠੋਰ ਹੈ, ਉੱਥੋਂ ਉਹਨੂੰ ਲੱਭਣ ਦਾ ਯਤਨ ਕਰ, ਉੱਥੇ ਉਹਦੀ ਖੋਜ ਕਰ। ਉੱਥੇ ਖੋਜ ਕਰੇਗਾ ਤੇ ਉਹ ਮਿਲੇਗਾ। ਇਸੇ ਕਰਕੇ ਅੰਮ੍ਰਿਤਮਈ ਪਾਵਨ ਬਾਣੀ ਅੰਦਰ ਵਾਰ-ਵਾਰ ਸਾਨੂੰ ਸਮਝਾਇਆ ਗਿਆ ਵੀ ਖੋਜੀ ਬਣੀਏ, ਪਰ ਇੱਦਾਂ ਦੇ ਖੋਜੀ ਬਣੀਏ ਵੀ ਅਸਲ ਠਿਕਾਣੇ ਤੇ ਉਹਨੂੰ ਖੋਜੀਏ। ਤਾਂ ਹੀ ਕਬੀਰ ਸਾਹਿਬ ਜੀ ਦਾ ਪਾਵਨ ਬਚਨ ਹੈ, ਕਬੀਰ ਜੀ ਨੇ ਬਹੁਤ ਦਲੀਲ ਗੱਲ ਕੀਤੀ। ਜਿੱਥੇ ਖੋਜ ਤਾਂ ਉਹਦੀ ਕੀਤੀ ਜਾ ਰਹੀ ਸੀ, ਪਰ ਉਹਦੀ ਖੋਜ ਸਹੀ ਠਿਕਾਣੇ ਤੇ ਨਹੀਂ ਸੀ ਕੀਤੀ ਜਾ ਰਹੀ। ਉੱਥੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਵੀ ਚੰਗੇ ਹੋ ਤੁਸੀਂ ਖੋਜ ਕਰ ਰਹੇ ਹੋ, ਪਰ ਤੁਹਾਡੀ ਜਿਹੜੀ ਖੋਜ ਹੈ ਉਹ ਸਹੀ ਠਿਕਾਣੇ ਤੇ ਨਹੀਂ ਹੈ। ਤੁਸੀਂ ਉਦੋਂ ਅਸਲ ਠੋਰ ਤੋਂ, ਉਹਦੇ ਅਸਲ ਠਿਕਾਣੇ ਤੋਂ ਉਹਨੂੰ ਨਹੀਂ ਲੱਭ ਰਹੇ। ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਵੀ ਭਾਵੇਂ ਤੁਸੀਂ ਮਹੀਨਿਆਂ ਸਾਲਾਂ ਬੱਧੀ ਸਾਰੀ ਜ਼ਿੰਦਗੀ ਲੱਭਦੇ ਰਹੋ, ਤੁਹਾਨੂੰ ਨਹੀਂ ਲੱਭਣ ਲੱਗਾ, ਕਿਉਂਕਿ ਤੁਸੀਂ ਉਹਨੂੰ ਅਸਲ ਠਿਕਾਣੇ ਤੋਂ ਲੱਭ ਹੀ ਨਹੀਂ ਰਹੇ। ਅੱਲਾਹ ਏਕ ਮਸੀਤ ਬਸਤ ਹੈ, अवर मुल्क किस केरा, हिंदू मूरत नाम निवासी, दूहू मैं तत् ना हेरा। अल्लाह राम जीवों तेरे नाई, तू कर मेहरामत साई। दखण देश हरि का बासा, पश्चिम अल्लाह मुकामा। दिल में खोज दिले दिल खोजो, यही ठोर मुकामा। भगत जी कहते ओदी ठोर, ओदा मुकाम आया। दिल में खोज दिले दिल खोजो, यही ठोर मुकामा। ये ओदा मुकाम है, ये ओदी ठोर है। ते जदों ठोर ते मुकाम ते लभांगे ताइयों लभेगा। दिल साडा अंदरला, ये ओदी ठोर है, ये ओदा मुकाम है। इसे करके भगत जी कहते अपने अंदरों उन्हों खोजण दा यतन कर, अपने अंदरों उन्हों लभण दा यतन कर। तो भगत जी ने अज दे इस पावन उपदेश राही सानू सिक्ख्या दित्ती आ। खखे अखर राही जो पावन उपदेश, खखा खोज परे जो कोई। भगत जी कहते खखे अखर राही ये सेध लै, खोजी बन। ते जेड़े ये वाली खोज करते ने ना, भी अपने अंदरों नूं खोजते ने, उन्हां बाबत पावन बाणी ने कहा खोजी उपजै बादी बिनस है। भी जेड़ा ये वाली खोज करदा है वो आत्मक तौर ते जिउंदा आ, ते जेड़ा ये खोज नहीं करदा, साहिब जी ने पावन बाणी अंदर जिक्र किया भी वो आत्मक मौत सहेड़ लैंदा है। जेड़ा ये खोज करदा है वो आत्मक तौर ते जिउंदा आ, वो आत्मक जीवन माणदा आ। तो कबीर जी कहते खखा खोज परै जो कोई,
ਇਸ ਖੋਜ ਦੇ ਵਿੱਚ ਜੇਕਰ ਕੋਈ ਪੈ ਜਾਏ, ਇਹ ਵਾਲੀ ਖੋਜ ਦੇ ਵਿੱਚ ਜਦੋਂ ਕੋਈ ਪੈ ਜਾਂਦਾ ਹੈ ਤੇ ਫਿਰ ਪਿਆਰਿਓ ਕੋਈ ਸ਼ਬਦ ਬੜਾ ਵਿਸ਼ਾਲ ਹੈ। ਇੱਥੇ ਤਾਂ ਰੱਬ ਦੀ ਜਿਹੜੀ ਵਿਚਾਰ ਸੀ, ਔਰ ਖਾਸ ਕਰ ਭਗਤ ਕਬੀਰ ਸਾਹਿਬ ਜੀ ਜਿਸ ਸਮੇਂ ਦੇ ਨਾਲ ਸੰਬੰਧ ਰੱਖਦੇ ਨੇ, ਉਸ ਸਮੇਂ ਦੇ ਵਿੱਚ ਮਾਲਕ ਪ੍ਰਭੂ ਦੀ ਵਿਚਾਰ ਨੂੰ ਕੇਵਲ ਤੇ ਕੇਵਲ ਇੱਕ ਵਰਨ ਨਾਲ ਮਹਿਦੂਦ ਕਰਕੇ ਰੱਖ ਦਿੱਤਾ ਗਿਆ ਸੀ। ਕੇਵਲ ਇੱਕ ਵਰਨ ਨਾਲ ਸੰਬੰਧ ਕਰਕੇ ਰੱਖ ਦਿੱਤਾ ਗਿਆ ਸੀਗਾ ਵੀ ਕੇਵਲ ਬ੍ਰਾਹਮਣ ਉਹੀ ਉਹਦੀ ਬੰਦਗੀ, ਉਹਦੀ ਭਗਤੀ ਕਰ ਸਕਦਾ, ਦੂਜਾ ਕੋਈ ਉਹਦੀ ਬੰਦਗੀ, ਉਹਦੀ ਭਗਤੀ ਨਹੀਂ ਕਰ ਸਕਦਾ। ਔਰ ਬੇਅੰਤ ਭਾਰਤੀ ਜਿਹੜੇ ਸਰੋਤ ਨੇ, ਜਿਨ੍ਹਾਂ ਦੀ ਇਹ ਵਿਚਾਰਧਾਰਾ ਸੀ, ਉਹਨਾਂ ਦੇ ਸਰੋਤਾਂ ਦੇ ਵਿੱਚੋਂ ਇੱਦਾਂ ਦੀਆਂ ਕਹਾਣੀਆਂ ਵੀ ਮਿਲਦੀਆਂ ਵੀ ਜਿੱਥੇ ਵੀ ਕੋਈ ਦੂਜੇ ਵਰਨ ਨਾਲ ਸੰਬੰਧਿਤ ਮਨੁੱਖ ਉਹਦੀ ਬੰਦਗੀ ਕਰ ਰਿਹਾ ਸੀ ਤੇ ਉਹਦਾ ਇਹ ਪਾਪ ਸਮਝਿਆ ਗਿਆ, ਇਸ ਪਾਪ ਦੀ ਉਹਨੂੰ ਸਜ਼ਾ ਦਿੱਤੀ ਗਈ, ਉਹਦਾ ਕਤਲ ਕਰ ਦਿੱਤਾ ਗਿਆ। ਸੰਬੂਕ ਰਿਸ਼ੀ ਵਰਗਿਆਂ ਦੀਆਂ ਉਦਾਹਰਨਾਂ, ਕਹਾਵਤਾਂ ਉਹ ਸਾਡੇ ਸਾਹਮਣੇ ਨੇ। ਤੋਂ ਭਾਵ ਭਗਤ ਜੀ ਦੇ ਸਮੇਂ ਦੇ ਵਿੱਚ ਖਾਸ ਕਰ ਉਸ ਰੱਬ ਦੀ ਵਿਚਾਰ ਨੂੰ ਕੇਵਲ ਇੱਕ ਵਰਨ ਨਾਲ ਮਹਿਦੂਦ ਸੀਮਤ ਰੱਖ ਦਿੱਤਾ ਗਿਆ। ਪਰ ਭਗਤ ਜੀ ਕਹਿੰਦੇ ਵੀ ਖੋਜ ਪਰੇ ਜੋ ਕੋਈ ਤੋਂ ਭਾਵ ਵਿਸ਼ਾਲ ਸ਼ਬਦ ਹੈ, ਕੋਈ ਵੀ ਕਿਸੇ ਜਾਤ ਨਾਲ ਸੰਬੰਧ ਰੱਖਣ ਵਾਲਾ, ਕਿਸੇ ਵਰਨ ਨਾਲ ਸੰਬੰਧ ਰੱਖਣ ਵਾਲਾ, ਕਿਸੇ ਧਰਤੀ ਨਾਲ ਸੰਬੰਧ ਰੱਖਣ ਵਾਲਾ, ਕੋਈ ਵੀ ਕਿਸੇ ਮਜ਼ਹਬੀ ਵਿਚਾਰਧਾਰਾ ਨੂੰ ਅਪਣਾਉਣ ਵਾਲਾ ਕੋਈ ਵੀ ਸ਼ਖਸ, ਜੇਕਰ ਭਗਤ ਜੀ ਕਹਿੰਦੇ ਵੀ ਇਸ ਖੋਜ ਦੇ ਵਿੱਚ ਪੈ ਜਾਂਦਾ ਹੈ, ਭਾਵੇਂ ਕੋਈ ਆ ਜਿਹੜਾ ਉਸ ਮਾਲਕ ਪ੍ਰਭੂ ਨੂੰ ਉਹਦੇ ਅਸਲ ਠਿਕਾਣੇ ਤੋਂ, ਉਹਦੀ ਅਸਲ ਠੋਰ ਤੋਂ ਲੱਭਣ ਦਾ ਯਤਨ ਕਰਦਾ ਹੈ, ਭਗਤ ਜੀ ਕਹਿੰਦੇ ਉਹਦੇ ਤੇ ਫਿਰ ਇਹ ਰਹਿਮਤ ਵਰਸਣੀ ਨਿਸ਼ਚਿਤ ਹੈ, ਜਿਸ ਰਹਿਮਤ ਦਾ ਜ਼ਿਕਰ ਭਗਤ ਜੀ ਇਸ ਪਾਵਨ ਪਦੇ ਦੇ ਵਿੱਚ ਕਰ ਰਹੇ ਨੇ। ਤੇ ਪਾਵਨ ਬਾਣੀ ਦੀ ਦੇਖੋ ਸਾਂਝੇ ਤੌਰ ਤੇ ਪਾਵਨ ਬਾਣੀ ਦੇ ਵਿੱਚੋਂ ਇਹੀ ਵਿਚਾਰ ਹੀ ਤਾਂ ਸਾਨੂੰ ਪ੍ਰਾਪਤ ਹੁੰਦੀ ਹੈ। ਕਿੰਨੇ ਬਚਨ ਨੇ, ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਭਾਵੇਂ ਕੋਈ ਵੀ ਹੈ, ਉਸ ਨਿਰੰਕਾਰ ਪ੍ਰਭੂ ਦੇ ਨਾਮ ਨੂੰ ਜਿਨ੍ਹੇ ਨਾਮ ਰੂਪੀ ਭੋਜਨ ਨੂੰ ਖਾਧਾ, ਨਾਮ ਰੂਪੀ ਭੋਜਨ ਨੂੰ ਜਿਨ੍ਹੇ ਪਚਾਇਆ, ਉਹਦਾ ਉਧਾਰ ਨਿਸ਼ਚਿਤ ਹੈ। ਉਹ ਭਾਵੇਂ ਕੋਈ ਵੀ ਹੋਵੇ, ਉਹ ਭਾਵੇਂ ਇਸਤਰੀ ਹੈ, ਭਾਵੇਂ ਮਰਦ ਹੈ। ਆਸਾ ਦੀ ਵਾਰ ਪਾਵਨ ਬਾਣੀ ਅੰਦਰ ਹੁਣੇ ਸ਼ਲੋਕ ਪੜ੍ਹਿਆ, ਭੰਡ ਜੰਮੀ ਹੈ ਭੰਡ ਨਿੰਮੀ ਹੈ, ਤੇ ਉਹਦੇ 'ਚ ਅਖੀਰ 'ਚ ਜਾ ਕੇ ਜ਼ਿਕਰ ਕੀਤਾ, ਜਿਤ ਮੁਖ ਸਦਾ ਸਲਾਹੀ ਹੈ ਭਾਗਾਂ ਰਤੀ ਚਾਰ, ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ। ਸਮਾਂ ਉਹ ਸੀ ਜਿੱਥੇ ਰੱਬ ਦੀ ਵਿਚਾਰ ਨੂੰ ਕੇਵਲ ਇੱਕ ਵਰਨ ਨਾਲ ਸੀਮਤ ਕਰ ਦਿੱਤਾ ਗਿਆ, ਰੱਬ ਦੀ ਵਿਚਾਰ ਨੂੰ ਕੇਵਲ ਤੇ ਕੇਵਲ ਮਰਦ ਦੇ ਨਾਲ ਹੀ ਸੰਬੰਧ ਸੀਮਤ ਕਰਕੇ ਰੱਖ ਦਿੱਤਾ ਗਿਆ, ਇਸਤਰੀ ਨੂੰ ਵਾਂਝਾ ਰੱਖਿਆ ਗਿਆ ਸੀ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜ਼ਿਕਰ ਕਰਦੇ ਵੀ ਭਾਵੇਂ ਕੋਈ ਇਸਤਰੀ ਆ, ਭਾਵੇਂ ਕੋਈ ਮਰਦ ਆ, ਭਾਵੇਂ ਕੋਈ ਕਿਸੇ ਜਾਤ ਕਿਸੇ ਵਰਨ ਨਾਲ ਸੰਬੰਧ ਰੱਖਣ ਵਾਲਾ ਹੈ, ਭਾਵੇਂ ਕੋਈ ਕਿਸੇ ਮਜ਼ਹਬੀ ਵਿਚਾਰਧਾਰਾ ਦਾ ਧਾਰਨੀ ਹੈ, ਜਿਨ੍ਹੇ ਉਹਨੂੰ ਖੋਜਿਆ, ਜਿਹੜਾ ਇਸ ਖੋਜ ਦੇ ਵਿੱਚ ਪੈ ਗਿਆ, ਭਾਵ ਉਹਦੇ ਅਸਲ ਠੋਰ, ਉਹਦੇ ਅਸਲ ਠਿਕਾਣੇ ਤੋਂ ਜਿਨ੍ਹੇ ਉਹਨੂੰ ਲੱਭਣ ਦਾ ਯਤਨ ਕੀਤਾ, ਉਹਦੇ ਤੇ ਰਹਿਮਤ ਵਰਸੇਗੀ। ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਕੋਈ ਗਾਵੇ ਕੋ ਸੁਣੇ, ਕੋਈ ਕਰੇ ਵਿਚਾਰ, ਕੋ ਉਪਦੇਸ਼ੈ ਕੋ ਦ੍ਰਿੜੈ ਤਿਸ ਕਾ ਹੋਏ ਉਧਾਰ। ਭਗਤ ਜੀ ਨੇ ਪਾਵਨ ਬਾਣੀ ਅੰਦਰ ਜ਼ਿਕਰ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਂਝੇ ਤੌਰ ਤੇ ਸਾਰੇ ਮਹਾਂਪੁਰਖਾਂ ਨੇ ਇਹੀ ਵਿਚਾਰ ਦਿੱਤੀ ਵੀ ਭਾਵੇਂ ਕੋਈ ਹੈ, ਭਾਵੇਂ ਕਿਸੇ ਜਾਤ ਕਿਸੇ ਵਰਨ ਨਾਲ ਸੰਬੰਧ ਰੱਖਣ ਵਾਲਾ ਹੈ, ਜਿਹੜਾ ਉਹਨੂੰ ਅਸਲ ਉਹਦੀ ਠੋਰ ਅਸਲ ਠਿਕਾਣੇ ਤੋਂ ਖੋਜੇਗਾ, ਉਹਦਾ ਉਧਾਰ ਹੋਣਾ ਨਿਸ਼ਚਿਤ ਹੀ ਨਿਸ਼ਚਿਤ ਹੈ। ਤਾਂ ਭਗਤ ਜੀ ਸੋਝੀ ਬਖਸ਼ਿਸ਼ ਕਰਦੇ ਨੇ, ਖਖਾ ਖੋਜ ਪਰੇ ਜੋ ਕੋਈ, ਜੋ ਖੋਜੈ ਸੋ ਬਹੁਰ ਨਾ ਹੋਈ। ਜਿਹੜਾ ਇਸ ਖੋਜ ਨੂੰ ਕਰਦਾ ਆ, ਜਿਹੜਾ ਇਸ ਖੋਜ ਦੇ ਵਿੱਚ ਪੈ ਜਾਂਦਾ ਹੈ, ਬਸ ਸ਼ਰਤ ਇਹ ਆ
ਵੀ ਕੋਈ ਇਸ ਖੋਜ ਦੇ ਵਿੱਚ ਪੈ ਜਾਏ, ਕੋਈ ਉਸ ਮਾਲਕ ਪ੍ਰਭੂ ਨੂੰ ਉਹਦੇ ਅਸਲ ਠਿਕਾਣੇ ਤੋਂ ਲੱਭਣ ਦਾ ਯਤਨ ਕਰੇ, ਉਹਦੀ ਅਸਲ ਠੋਰ ਤੋਂ ਲੱਭਣ ਦਾ ਯਤਨ ਕਰੇ। ਜਿਹੜਾ ਇਸ ਖੋਜ ਦੇ ਵਿੱਚ ਪੈ ਜਾਂਦਾ ਹੈ, ਭਗਤ ਜੀ ਕਹਿੰਦੇ ਸੋ ਬਾਹੁਰ ਨਾ ਹੋਈ, ਉਹਦੀ ਫਿਰ ਭਟਕਣਾ ਮੁੱਕ ਜਾਂਦੀ ਆ। ਉਹ ਫਿਰ ਦੁਬਾਰਾ ਭਟਕਣਾ ਦੇ ਵਿੱਚ ਨਹੀਂ ਪੈਂਦਾ। ਭਟਕਣਾ ਦੇ ਵਿੱਚ ਨਾ ਪੈਣਾ, ਇਹਦਾ ਭਾਵ ਹੈ ਵੀ ਉਹਦਾ ਫਿਰ ਆਜੀਵਨ ਸਕਾਰਥਕ ਹੋ ਜਾਂਦਾ ਹੈ। ਤੇ ਅੰਮ੍ਰਿਤਮਈ ਪਾਵਨ ਬਾਣੀ ਦੇ ਵਿੱਚੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਾਵਨ ਉਪਦੇਸ਼ ਸਾਹਿਬ ਜੀ ਨੇ ਸਾਨੂੰ ਸਿੱਖਿਆ ਦਿੱਤੀ ਆ ਵੀ ਸਹਿਜ ਜਾਂ ਟਿਕਾ ਕੇਵਲ ਤੇ ਕੇਵਲ ਉਸੇ ਮਨ ਨੂੰ ਪ੍ਰਾਪਤ ਹੁੰਦਾ ਹੈ। ਭਟਕਦਾ ਉਹ ਮਨ ਨਹੀਂ ਜਿਸ ਮਨ ਨੂੰ ਮੈਲ ਨਾ ਲੱਗੀ ਹੋਏ, ਜਿਸ ਮਨ ਨੂੰ ਮੈਲ ਨਹੀਂ ਲੱਗੀ ਹੁੰਦੀ। ਤੇ ਇਸ ਵਿਚਾਰ ਨੂੰ ਸਮਝਾਉਣ ਲਈ ਸਤਿਗੁਰੂ ਜੀ ਨੇ ਪਾਵਨ ਬਾਣੀ ਅੰਦਰ ਉਦਾਹਰਣ ਦਿੱਤੀ ਆ ਸੋਨੇ ਦੀ। ਜਿਉਂ ਕਨਕੋ ਕੁਠਾਰੀ ਚੜਿਓ ਕਬਰੋ ਹੋਤ ਫਿਰੋ, ਜਬ ਤੇ ਸੁਧ ਭਏ ਹੈ ਬਾਹਰ ਹੈ ਤਬ ਤੇ ਥਾਨ ਥਿਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੋਨੇ ਦੀ ਉਦਾਹਰਣ ਦਿੱਤੀ ਵੀ ਜਦ ਤੱਕ ਉਹਦੇ 'ਚ ਖੋਟ ਹੋਏ ਤਦ ਤੱਕ ਜ਼ਰੂਰਤ ਪੈਂਦੀ ਆ ਉਹਨੂੰ ਕੋਠਾਲੀ ਦੇ ਵਿੱਚ ਰੱਖ ਕੇ, ਤਦ ਤੱਕ ਉਹ ਘੁੰਮਦਾ ਹੈ। ਤੇ ਜਦੋਂ ਉਹ ਬਿਲਕੁਲ ਐਨ ਸ਼ੁੱਧ ਹੋ ਜਾਂਦਾ ਆ, ਉਦੋਂ ਫਿਰ ਸਾਹਿਬ ਜੀ ਆਖਦੇ ਉਹ ਟਿਕ ਜਾਂਦਾ ਆ, ਫਿਰ ਉਹਨੂੰ ਦੁਬਾਰਾ ਕੋਠਾਲੀ ਦੇ ਵਿੱਚ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ। ਤੋਂ ਭਾਵ ਇਸ ਖੋਜ ਦੇ ਵਿੱਚ ਜਦੋਂ ਕੋਈ ਪੈ ਗਿਆ, ਇਸ ਖੋਜ ਭਾਵ ਜਿਨਨੇ ਉਹਨੂੰ ਆਪਣੇ ਅੰਦਰੋਂ ਅਸਲ ਠਿਕਾਣੇ ਤੋਂ ਲੱਭਣ ਦਾ ਯਤਨ ਕੀਤਾ, ਉਹ ਅੰਦਰੋਂ ਪਵਿੱਤਰ ਹੋ ਜਾਂਦਾ ਹੈ, ਉਹਦੇ ਅੰਦਰ ਦੀ ਮੈਲ ਦੂਰ ਹੋ ਜਾਂਦੀ ਹੈ, ਉਹ ਅੰਦਰੋਂ ਸਾਫ਼ ਸੁਥਰਾ ਹੋ ਜਾਂਦਾ ਹੈ। ਇਹੀ ਕਾਰਨ ਉਹਦੀ ਭਟਕਣਾ ਬਿਲਕੁਲ ਮੁੱਕ ਜਾਂਦੀ ਹੈ। ਤਾਂ ਭਾਵ ਇਸ ਖੋਜ ਦੇ ਵਿੱਚ ਸਾਡਾ ਇਹ ਭਲਾ ਹੈ ਵੀ ਜੇ ਉਹਨੂੰ ਆਪਣੇ ਅਸਲ ਠਿਕਾਣੇ ਤੋਂ ਭਾਵ ਅੰਦਰੋਂ ਉਹਨੂੰ ਖੋਜਾਂਗੇ, ਇਸ ਖੋਜ ਦੇ ਵਿੱਚ ਪਾਵਾਂਗੇ, ਸਾਡੇ ਅੰਦਰ ਨਿਰਮਲਤਾ ਹੀ ਆਏਗੀ। ਇਸ ਜੇ ਸਹੀ ਠੋਰ ਤੇ ਸਹੀ ਟਿਕਾਣੇ ਤੇ ਖੋਜਿਆ ਜਾਏ ਤੇ ਉਹ ਖੋਜ ਸਫਲ ਵੀ ਹੁੰਦੀ ਹੈ। ਇਹੀ ਕਾਰਨ ਪਾਵਨ ਬਾਣੀ ਅੰਦਰ ਇਸ ਖੋਜ ਦੀ ਸਫਲਤਾ ਦਾ ਵੀ ਜ਼ਿਕਰ ਕੀਤਾ ਗਿਆ। ਮੈਂ ਮਨ ਤਨ ਖੋਜ ਖੋਜਿੰਦਿਆਂ ਸੋ ਪ੍ਰਭ ਲੱਧਾ ਲੋੜ। ਸਾਹਿਬ ਜੀ ਕਹਿੰਦੇ ਮੈਂ ਆਪਣੇ ਮਨ ਤਨ ਨੂੰ ਖੋਜਦਿਆਂ ਉਸ ਮਾਲਕ ਪ੍ਰਭੂ ਨੂੰ ਆਪਣੇ ਅੰਦਰੋਂ ਪ੍ਰਾਪਤ ਕਰ ਲਿਆ। ਖੋਜੀ ਖੋਜ ਲੱਧਾ ਹਰ ਸੰਤਨ ਪਾਹਾ ਰਾਮ। ਜਿਹੜਾ ਇਹ ਵਾਲਾ ਖੋਜੀ ਹੁੰਦਾ ਹੈ ਵੀ ਉਸ ਨਿਰੰਕਾਰ ਪ੍ਰਭੂ ਨੂੰ ਉਹਦੇ ਅਸਲ ਠਿਕਾਣੇ ਤੋਂ ਖੋਜਣ ਦਾ ਯਤਨ ਕਰਦਾ ਹੈ, ਉਹਦੀ ਇਹ ਖੋਜ ਕਦੇ ਵੀ ਖਾਲੀ ਨਹੀਂ ਜਾਂਦੀ। ਖੋਜੀ ਖੋਜ ਲੱਧਾ ਹਰ ਸੰਤਨ ਪਾਹਾ ਰਾਮ। ਉਹ ਖੋਜੀ ਖੋਜ ਕੇ ਉਹਨੂੰ ਪਾ ਲੈਂਦਾ ਹੈ, ਉਹਨੂੰ ਪ੍ਰਾਪਤ ਕਰ ਲੈਂਦਾ। ਤੋ ਇਹ ਖੋਜ ਕਦੇ ਵਿਫਲ ਨਹੀਂ ਜਾਂਦੀ। ਤੇ ਫਿਰ ਇਹ ਵਾਲੀ ਖੋਜ ਦੇ ਵਿੱਚ ਸਾਡਾ ਇਹ ਭਲਾ ਹੈ ਵੀ ਇਹ ਖੋਜ ਕਰਾਂਗੇ ਤੇ ਸਾਡਾ ਅੰਦਰਲਾ ਸਵਰੇਗਾ। ਇਹ ਵਾਲੀ ਖੋਜ ਕਰਾਂਗੇ ਤੇ ਸਾਡਾ ਅੰਦਰਲਾ ਚੰਗਾ ਬਣੇਗਾ। ਜਿਵੇਂ ਜਿਵੇਂ ਆਪਣੇ ਅੰਦਰੋਂ ਉਹਨੂੰ ਖੋਜਣ ਦਾ ਯਤਨ ਕਰਾਂਗੇ, ਉਵੇਂ ਉਵੇਂ ਸਾਡੇ ਅੰਦਰ ਨਿਰਮਲਤਾਈ ਆਏਗੀ, ਉਵੇਂ ਉਵੇਂ ਅਸੀਂ ਅੰਦਰੋਂ ਪਾਕ ਪਵਿੱਤਰ ਹੋਵਾਂਗੇ, ਉਵੇਂ ਉਵੇਂ ਅਸੀਂ ਅੰਦਰੋਂ ਵਿਕਾਰਾਂ ਤੋਂ ਰਹਿਤ ਹੋਵਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਅੰਦਰ ਜ਼ਿਕਰ ਕੀਤਾ, ਗੁਰਮੁਖ ਖੋਜ ਲਹਿ ਜਨ ਪੂਰੇ ਇਉਂ ਸਮਦਰਸ਼ੀ ਚੀਨਾ ਕੇ। ਗੁਰੂ ਦੇ ਪਿਆਰੇ ਗੁਰਮੁਖ ਉਹ ਇਹ ਵਾਲੀ ਖੋਜ ਕਰਦੇ ਆ, ਇਸ ਖੋਜ ਦੇ ਵਿੱਚ ਪੈਂਦੇ ਆ, ਭਾਵ ਉਸ ਮਾਲਕ ਪ੍ਰਭੂ ਨੂੰ ਉਹਦੇ ਅਸਲ ਠਿਕਾਣੇ ਤੋਂ ਲੱਭਦੇ ਨੇ। ਤੇ ਜਿਨ੍ਹਾਂ ਨੇ ਉਹਨੂੰ ਉਹਦੇ ਅਸਲ ਠਿਕਾਣੇ ਤੋਂ ਲੱਭਣ ਦਾ ਯਤਨ ਕੀਤਾ, ਗੁਰਮੁਖ ਖੋਜ ਲਹਿਣ ਤੋਂ ਭਾਵ ਹੁੰਦਾ ਪ੍ਰਾਪਤ ਕਰ ਲੈਣਾ। ਉਹ ਫਿਰ ਇਸ ਖੋਜ ਦੇ ਵਿੱਚ ਸਫਲ ਹੁੰਦੇ ਨੇ। ਜਨ ਪੂਰੇ, ਉਹ ਫਿਰ ਜਨ ਉਸ ਨਿਰੰਕਾਰ ਪ੍ਰਭੂ ਦੇ ਨਾਲ ਜੁੜ ਕੇ ਉਹਦੇ ਗੁਣਾਂ ਨਾਲ ਸਾਂਝ ਬਣਾ ਕੇ ਆਤਮਿਕ ਤੌਰ ਤੇ ਉਹਦੇ ਗੁਣਾਂ ਨਾਲ ਭਰਪੂਰ ਹੋ ਜਾਂਦੇ ਨੇ। ਤੇ ਫਿਰ ਇਸ ਖੋਜ ਦਾ ਅਸਰ ਉਹਨਾਂ ਦੇ ਸੁਭਾਅ ਤੇ ਕੀ ਹੁੰਦਾ ਹੈ? ਇਉਂ ਸਮਦਰਸ਼ੀ ਚੀਨਾ ਹੈ, ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਸਮਾਨਤਾ ਆ ਜਾਂਦੀ ਹੈ। ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਸਮਾਨਤਾ ਆ ਜਾਂਦੀ ਹੈ। ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚੋਂ ਵੈਰ ਭਾਵ, ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚੋਂ ਵਿਤਕਰਾ ਮੁੱਕ ਜਾਂਦਾ ਹੈ।
ਆਪਾਂ ਸੁਖਮਨੀ ਸਾਹਿਬ ਪਾਵਨ ਬਾਣੀ ਦੇ ਵਿੱਚੋਂ ਪੜ੍ਹਦੇ ਹਾਂ, ਜਿਹਦੇ 'ਚ ਸਾਹਿਬ ਜੀ ਨੇ ਬ੍ਰਹਮ ਗਿਆਨੀ ਵਾਲੀ ਅਸ਼ਟਪਦੀ ਪੜ੍ਹਿਓ। ਬ੍ਰਹਮ ਗਿਆਨੀ ਵਾਲੀ ਉਸ ਅਸ਼ਟਪਦੀ ਦੇ ਵਿੱਚ ਸਤਿਗੁਰੂ ਜੀ ਬ੍ਰਹਮ ਗਿਆਨੀ ਦਾ ਜ਼ਿਕਰ ਕਰਦੇ ਨੇ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਵੀ ਜੇ ਇਸ ਖੋਜ ਦੇ ਵਿੱਚ ਪਵਾਂਗੇ ਤੇ ਸਾਨੂੰ ਇਹ ਫਾਇਦਾ ਹੋਏਗਾ ਵੀ ਮੌਜੂਦਾ ਜੀਵਨ ਦੇ ਵਿੱਚ ਗੁਰਬਾਣੀ ਦਾ ਲਾਭ ਕੀ ਹੈ। ਮੌਜੂਦਾ ਸਾਡੀ ਜ਼ਿੰਦਗੀ ਦੇ ਵਿੱਚ ਗੁਰਬਾਣੀ ਦਾ ਲਾਭ ਹੈ ਜੇ ਗੁਰਬਾਣੀ ਦੇ ਉਪਦੇਸ਼ ਨੂੰ ਕਮਾਵਾਂਗੇ, ਭਾਵ ਜੇ ਇਸ ਖੋਜ ਦੇ ਵਿੱਚ ਪਵਾਂਗੇ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨਿਰਲੇਪਤਾ ਅੰਦਰ ਆਏਗੀ। ਕਿਉਂਕਿ ਬ੍ਰਹਮ ਗਿਆਨੀ ਸਦਾ ਨਿਰਲੇਪ। ਤੇ ਕੈਸੀ ਨਿਰਲੇਪਤਾ? ਨਾਲ ਨਾਲ ਉਦਾਹਰਨਾਂ ਦੇ ਕੇ ਸਤਿਗੁਰੂ ਜੀ ਨੇ ਸਮਝਾਇਆ, ਜੈਸੇ ਜਲ ਮੈਂ ਕਮਲ ਅਲੇਪ। ਜਿਵੇਂ ਚਿੱਕੜ ਦੇ ਵਿੱਚ ਪੈਦਾ ਹੋਇਆ ਕਮਲ ਉਹ ਬਿਲਕੁਲ ਚਿੱਕੜ ਤੋਂ ਅਲੇਪ ਰਹਿੰਦਾ ਹੈ, ਇੱਦਾਂ ਦੀ ਨਿਰਲੇਪਤਾ ਸਾਡੇ ਅੰਦਰ ਆ ਜਾਏਗੀ। ਜਿਹਦੇ ਅੰਦਰ ਇੱਦਾਂ ਦੀ ਨਿਰਲੇਪਤਾ ਹੁੰਦੀ ਹੈ ਨਾ, ਉਹ ਤਾਂ ਫਿਰ ਸੰਤ ਨਾ ਛਾੜੈ ਸੰਤਈ, ਜੋ ਕੋਟਿਕ ਮਿਲੈ ਅਸੰਤ। ਉਹ ਕਦੇ ਆਪਣਾ ਸੰਤ ਪੁਣਾ ਨਹੀਂ ਛੱਡਦਾ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਇਹ ਖੋਜ ਕਰਾਂਗੇ, ਉਹਨੂੰ ਉਹਦੇ ਅਸਲ ਠਿਕਾਣੇ ਤੋਂ ਲੱਭਣ ਦਾ ਯਤਨ ਕਰਾਂਗੇ ਤੇ ਫਿਰ ਭਟਕਣਾ ਮੁੱਕ ਜਾਏਗੀ। ਫਿਰ ਸਾਕਿਬ ਜੀ ਕਹਿੰਦੇ ਇਹ ਫਾਇਦਾ ਹੋਏਗਾ, ਸਾਨੂੰ ਨਿਰਲੇਪਤਾ ਅੰਦਰ ਆਏਗੀ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਨਿਰਦੋਖ ਹੋ ਜਾਵਾਂਗੇ, ਔਗਣਾ ਵਿਕਾਰਾਂ ਤੋਂ ਰਹਿਤ ਹੋ ਜਾਵਾਂਗੇ। ਜੈਸੇ ਸੂਰ ਸਰਬ ਕੋ ਸੋਖ। ਤੇ ਨਾਲ ਉਦਾਹਰਨ ਦਿੱਤੀ ਵੀ ਜਿਵੇਂ ਨਮੀ ਨੂੰ ਸੋਖ ਲੈਂਦਾ ਹੈ ਨਾ, ਰਸ ਨੂੰ ਸੋਖ ਲੈਂਦਾ ਹੈ ਸੂਰਜ, ਬਿਲਕੁਲ ਇਸੇ ਤਰੀਕੇ ਇਸ ਖੋਜ ਦੇ ਵਿੱਚ ਪਵਾਂਗੇ ਤੇ ਇੱਦਾਂ ਸਾਡੇ ਅੰਦਰੋਂ ਦੋਖ ਜਿਹੜੇ ਨੇ ਸੋਕੇ ਜਾਣਗੇ। ਇੱਦਾਂ ਦੋਖਾਂ ਦਾ, ਵਿਕਾਰਾਂ ਦਾ ਰਸ ਸਾਡੇ ਅੰਦਰੋਂ ਸੁੱਕ ਜਾਏਗਾ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ। ਇੱਦਾਂ ਸਾਡੀ ਦ੍ਰਿਸ਼ਟੀ ਦੇ ਵਿੱਚ ਸਮਾਨਤਾ ਆ ਜਾਏਗੀ। ਉਦਾਹਰਨ ਦਿੱਤੀ ਵੀ ਜਿੱਦਾਂ ਕੁਦਰਤੀ ਹਵਾ ਉਹ ਰਾਜੇ ਤੇ ਕੰਗਾਲ ਨੂੰ ਇੱਕੋ ਜਿਹੀ ਲੱਗਦੀ ਹੈ। ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ, ਤੁਲ ਤੋਂ ਭਾਵ ਹੈ ਸਮਾਨ। ਕੁਦਰਤੀ ਹਵਾ ਨਹੀਂ ਕੋਈ ਵਿਤਕਰਾ ਕਰਦੀ ਕਿਸੇ ਤਰ੍ਹਾਂ ਦਾ, ਭਾਵੇਂ ਕੋਈ ਰਾਜਾ ਆ ਤੇ ਭਾਵੇਂ ਕੋਈ ਕੰਗਾਲ ਹੈ। ਕੁਦਰਤੀ ਹਵਾ ਸਾਰਿਆਂ ਨੂੰ ਬਰਾਬਰ ਲੱਗਦੀ ਆ। ਜਿੱਦਾਂ ਕੁਦਰਤੀ ਹਵਾ ਦੇ ਵਿੱਚ ਸਮਾਨਤਾ ਹੈ, ਉੱਦਾਂ ਦੀ ਸਾਡੇ ਸੁਭਾਅ ਦੇ ਵਿੱਚ ਸਮਾਨਤਾ ਆ ਜਾਏਗੀ। ਫਿਰ ਸਾਡੇ ਲਈ ਕੋਈ ਸਾਡੀ ਦ੍ਰਿਸ਼ਟੀ, ਸਾਡਾ ਨਜ਼ਰੀਆ, ਉਹਦੇ ਵਿੱਚ ਕੋਈ ਅਮੀਰ, ਕੋਈ ਗਰੀਬ, ਕੋਈ ਕਿਸ ਜਾਤ ਦਾ, ਕੋਈ ਕਿਸ ਬਰਾਦਰੀ ਦਾ, ਕੋਈ ਕਿਸ ਮਜ਼ਹਬੀ ਵਿਚਾਰਧਾਰਾ ਦਾ, ਇੱਦਾਂ ਦੇ ਵਿਤਕਰੇ ਨਹੀਂ ਹੋਣਗੇ, ਬਲਕਿ ਸਮਾਨਤਾ ਵਾਲਾ ਵਿਵਹਾਰ। ਜਿੱਦਾਂ ਦੀਆਂ ਉਦਾਹਰਨਾਂ ਭਾਈ ਕਨ੍ਹੱਈਆ ਜੀ ਵਰਗਿਆਂ ਦੀਆਂ ਆਪਾਂ ਪੜ੍ਹਦੇ ਹਾਂ, ਤੇ ਭਾਈ ਕਨ੍ਹੱਈਆ ਜੀ ਵਰਗੇ ਕੋਈ ਇੱਕ ਨਹੀਂ ਸਨ, ਕਿਉਂਕਿ ਉਪਦੇਸ਼ ਸਾਰਿਆਂ ਨੂੰ ਸਾਂਝੇ ਤੌਰ ਤੇ। ਕੋਈ ਭਾਈ ਕਨ੍ਹੱਈਆ ਜੀ ਦੇ ਕੰਨ 'ਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੱਖਰੇ ਤੌਰ ਤੇ ਕੋਈ ਵੱਖਰਾ ਉਪਦੇਸ਼ ਥੋੜ੍ਹੀ ਦਿੱਤਾ ਸੀ। ਉਪਦੇਸ਼ ਸਾਰਿਆਂ ਲਈ, ਸਬਕ ਜਦੋਂ ਸਾਂਝਾ ਸੀ ਤੇ ਉਸ ਸਬਕ ਨੂੰ ਕਮਾਉਣ ਵਾਲਿਆਂ ਦਾ ਸੁਭਾਅ ਵੀ ਇੱਕੋ ਜਿਹਾ ਬਣਿਆ। ਇਸੇ ਕਰਕੇ ਸਮਾਨਤਾ ਤੇ ਬਰਾਬਰਤਾ ਦੀਆਂ ਕਿੰਨੀਆਂ ਉਦਾਹਰਨਾਂ ਸਾਨੂੰ ਮਿਲਦੀਆਂ। ਗੁਰੂ ਘਰ ਦੇ ਆ ਜਿਹੜੇ ਨਿਯਮ ਨੇ, ਇਹਨਾਂ 'ਚੋਂ ਹੀ ਸਮਾਨਤਾ ਤੇ ਬਰਾਬਰਤਾ ਝਲਕਦੀ ਹੈ। ਅੱਜ ਕੋਈ ਬਹਿਰੂਨੀ ਤੌਰ ਤੇ ਬੰਦਾ ਭਾਵੇਂ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਕਰੇ, ਉਹ ਮਨੁੱਖ ਦੀ ਗਲਤੀ ਹੋ ਸਕਦੀ ਹੈ, ਪਰ ਗੁਰੂ ਦੀ ਜਿਹੜੀ ਵਿਚਾਰ ਹੈ ਉਹਦੇ 'ਚੋਂ ਸਮਾਨਤਾ ਬਰਾਬਰਤਾ ਝਲਕਦੀ ਹੈ। ਸਾਰੇ ਬਰਾਬਰ ਆ ਕੇ ਪੰਗਤ ਤੇ ਸੰਗਤ ਦਾ ਸਿਧਾਂਤ ਬਰਾਬਰਤਾ ਤੇ ਸਮਾਨਤਾ ਦਾ ਸਿਧਾਂਤ ਹੈ। ਤੋ ਸਾਹਿਬ ਜੀ ਕਹਿੰਦੇ ਇਹ ਖੋਜ ਕਰਾਂਗੇ ਨਾ ਤੇ ਫਿਰ ਸਾਡੇ ਅੰਦਰ ਸਮਾਨਤਾ ਤੇ ਬਰਾਬਰਤਾ ਆਏਗੀ। ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉ ਬਸੁਦਾ ਕਉ ਖੋਦੈ ਕਉ ਚੰਦਨ ਲੇਪ। ਬ੍ਰਹਮ ਗਿਆਨੀ ਕਾ ਇਹ ਗੁਨਾਓ, ਨਾਨਕ ਜਿਉ ਪਾਵਕ ਕਾ ਸਹਿਜ ਸੁਭਾਓ। ਇਹ ਖੋਜ ਕਰਾਂਗੇ ਤੇ ਇੱਦਾਂ ਦੇ ਗੁਣ ਸਾਡੇ ਅੰਦਰ ਵਸਣਗੇ, ਭਟਕਣਾ ਮੁੱਕ ਜਾਏਗੀ। ਕੱਖਾ ਖੋਜ ਪਰੈ ਜੋ ਕੋਈ, ਜੋ ਖੋਜੈ ਸੋ ਬਹੁਰ ਨਾ ਹੋਈ। ਖੋਜ ਬੂਝ ਜੋ ਕਰੈ ਵਿਚਾਰਾ। ਖੋਜ ਕੇ ਤੇ ਫਿਰ ਸਮਝ ਕੇ ਤੇ ਫਿਰ ਜਿਹੜਾ ਵਾਰ-ਵਾਰ ਵਿਚਾਰ ਕਰਦਾ ਹੈ, ਭਾਵ ਵਾਰ-ਵਾਰ ਦੁਹਰਾਉਂਦਾ ਹੈ,
ਕਿਸੇ ਗੱਲ ਨੂੰ ਪੱਕਾ ਕਰਨ ਲਈ, ਦ੍ਰਿੜਤਾ ਲਿਆਉਣ ਲਈ ਉਹਨੂੰ ਵਾਰ-ਵਾਰ ਦੁਹਰਾਉਣਾ ਪੈਂਦਾ। ਇਸੇ ਕਰਕੇ ਪਾਵਨ ਬਾਣੀ ਨੇ ਕਿਹਾ ਬਾਰ-ਬਾਰ ਹਰ ਕੇ ਗੁਣ ਗਾਵੋ, ਵਾਰ-ਵਾਰ ਉਹਦੇ ਗੁਣ ਗਾ ਤਾਂ ਕਿ ਦ੍ਰਿੜਤਾ ਆ ਸਕੇ, ਤਾਂ ਕਿ ਤੇਰੇ ਅੰਦਰ ਉਹਦੇ ਗੁਣਾਂ ਪ੍ਰਤੀ ਦ੍ਰਿੜਤਾ ਵੱਜ ਸਕੇ। ਸੁੱਤੇ ਸਿੱਧ ਬੰਦਾ ਉੱਥੋਂ ਤੱਕ ਪਹੁੰਚ ਸਕੇ ਵੀ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਹੱਥਾਂ ਪੈਰਾਂ ਨਾਲ ਕਿਰਤਕਾਰ ਕਰਦਿਆਂ ਹੋਇਆਂ ਬੰਦਾ ਕਦੇ ਵੀ ਉਹਦੇ ਗੁਣਾਂ ਦੀ ਸੰਭਾਲ ਤੋਂ ਵਿਰਵਾ ਨਾ ਹੋਵੇ, ਮੁਨਕਰ ਨਾ ਹੋਵੇ। ਇਹ ਵਾਲੀ ਅਵਸਥਾ ਪ੍ਰਾਪਤ ਕਰਨ ਲਈ ਵਾਰ-ਵਾਰ ਦੁਹਰਾਉਣਾ ਪੈਂਦਾ ਹੈ। ਖੋਜ ਬੂਝ, ਖੋਜ ਕੇ, ਇਹ ਖੋਜ ਕਰਕੇ ਉਹਦੇ ਗੁਣਾਂ ਨੂੰ ਸਮਝ ਕੇ, ਬੂਝ ਦਾ ਅਖਰੀ ਅਰਥ ਹੁੰਦਾ ਸਮਝਣਾ। ਬੁਝਾਰਤਾਂ ਪਾਈਆਂ ਜਾਂਦੀਆਂ ਸਨ ਪਹਿਲਾਂ, ਤੇ ਉਹਨਾਂ ਬੁਝਾਰਤਾਂ ਨੂੰ ਅਸਲ 'ਚ ਸਮਝਣਾ ਹੁੰਦਾ ਸੀਗਾ। ਖੋਜ ਬੂਝ ਜੋ ਕਰੇ ਵਿਚਾਰਾ ਤੋ ਭਵਜਲ ਤਰਤ ਨਾ ਲਾਵੇ ਬਾਰਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਇਹ ਖੋਜ ਕਰਕੇ ਉਹਨੂੰ ਸਮਝ ਕੇ ਵਾਰ-ਵਾਰ ਉਹਦੇ ਗੁਣਾਂ ਦੀ ਵਿਚਾਰ ਆਪਣੇ ਅੰਦਰ ਕਰਦਾ ਆ, ਭਗਤ ਜੀ ਕਹਿੰਦੇ ਉਹ ਫਿਰ ਇਸ ਭਵਜਲ ਨੂੰ ਤਰਨ ਲੱਗਿਆਂ ਰੱਤੀ ਭਰ ਵੀ ਦੇਰ ਨਹੀਂ ਲਾਉਂਦਾ। ਤੋ ਭਵਜਲ ਤਰਤ ਨਾ ਲਾਵੇ ਬਾਰਾ। ਬਾਰ ਸ਼ਬਦ ਤੋਂ ਬਾਰਾ ਬਣਿਆ। ਬਾਰ ਕਈ ਅਰਥਾਂ ਦੇ ਵਿੱਚ ਆਇਆ। ਬਾਰ ਦਾ ਅਖਰੀ ਅਰਥ ਦਰਵਾਜ਼ਾ ਵੀ ਆ ਪਾਵਨ ਬਾਣੀ ਅੰਦਰ। ਜਿਵੇਂ ਕਬੀਰ ਸਾਹਿਬ ਜੀ ਦਾ ਪਾਵਨ ਬਚਨ ਆਪਾਂ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਅੱਜ ਵੀ ਕਿਸੇ ਇਲਾਕੇ ਦੇ ਵਿੱਚ ਦਰਵਾਜ਼ੇ ਨੂੰ ਬਾਰ ਕਿਹਾ ਜਾਂਦਾ ਹੈ। ਬਾਰ ਦਾ ਅਖਰੀ ਅਰਥ ਦੇਰ ਵੀ ਹੈ, ਬਾਰ ਦਾ ਅਖਰੀ ਅਰਥ ਸਮਾਂ ਵੀ ਹੈ। ਅੰਤ ਕੀ ਬਾਰ ਨਹੀਂ ਕਛ ਤੇਰਾ। ਬਾਰ ਦਾ ਅਖਰੀ ਅਰਥ ਮੌਕਾ ਵੀ ਹੈ, ਇਹ ਤੇਰਾ ਅਵਸਰ, ਇਹ ਤੇਰੀ ਬਾਰ। ਤੇ ਬਾਰ ਦਾ ਅਖਰੀ ਅਰਥ ਵਾਰ-ਵਾਰ ਦੁਹਰਾਵ ਵੀ ਹੈ। ਬਾਰ ਦਾ ਅਖਰੀ ਅਰਥ ਦੇਰ ਵੀ ਹੈ। ਕਹਿ ਕਬੀਰ ਤੁਮ ਸਮਰਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ। ਤੂੰ ਰੱਤੀ ਭਰ ਵੀ ਦੇਰ ਨਹੀਂ ਲਾਉਂਦਾ। ਭਗਤ ਜੀ ਇੱਥੇ ਵੀ ਕਹਿੰਦੇ ਉਹ ਫਿਰ ਭਵਜਲ ਨੂੰ ਤਰਨ ਲੱਗਿਆਂ ਰੱਤੀ ਭਰ ਵੀ ਦੇਰ ਨਹੀਂ ਲਾਉਂਦਾ। ਭਵਜਲ ਕੀ ਹੈ? ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ। ਭਵਜਲ ਕੀ ਹੈ? ਗ੍ਰਹਿ ਤਜ ਬਨ ਖੰਡ ਜਾਈਐ ਚੁਣ ਖਾਈਐ ਕੰਦਾ ਅਜਹੂ ਵਿਕਾਰ ਨਾ ਛੋੜਈ ਪਾਪੀ ਮਨ ਮੰਦਾ। ਜਿਹੜਾ ਵਿਕਾਰਾਂ ਦਾ ਸਮੁੰਦਰ ਹੈ, ਵਿਕਾਰਾਂ ਦੀ ਜਿਹੜੀ ਦਲਦਲ ਹੈ, ਇਹਦੇ ਵਿੱਚੋਂ ਨਿਕਲਣ ਲੱਗਿਆਂ ਉਹਨੂੰ ਫਿਰ ਰੱਤੀ ਭਰ ਵੀ ਸਮਾਂ ਨਹੀਂ ਲੱਗਦਾ। ਭਗਤ ਜੀ ਕਹਿੰਦੇ ਜਿਹੜਾ ਇਹ ਵਾਲੀ ਖੋਜ ਕਰਦਾ ਹੈ, ਭਾਵ ਉਸ ਮਾਲਕ ਪ੍ਰਭੂ ਨੂੰ ਉਹਦੇ ਅਸਲ ਠਿਕਾਣੇ ਤੋਂ ਜਿਹੜਾ ਲੱਭਣ ਦਾ ਯਤਨ ਕਰਦਾ ਹੈ, ਭਾਵ ਜਿਹਨੇ ਆਪਣੇ ਅੰਦਰ ਦੀ ਖੋਜ ਕੀਤੀ, ਆਪਣੇ ਅੰਦਰੋਂ ਉਹਨੂੰ ਲੱਭਣ ਦਾ ਯਤਨ ਕੀਤਾ, ਜਿਹੜਾ ਇਸ ਖੋਜ ਦੇ ਵਿੱਚ ਪੈ ਜਾਂਦਾ ਹੈ, ਭਗਤ ਜੀ ਕਹਿੰਦੇ ਉਹ ਫਿਰ ਵਿਕਾਰਾਂ ਦੇ ਸਮੁੰਦਰ ਨੂੰ ਤਰਨ ਲੱਗਿਆਂ ਰੱਤੀ ਭਰ ਵੀ ਉਹਨੂੰ ਸਮਾਂ ਨਹੀਂ ਲੱਗਦਾ। ਉਹ ਵਿਕਾਰਾਂ ਦੇ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ। ਇਹਦੇ ਨਾਲ ਨਾਲ ਅੱਜ ਦਾ ਇਤਿਹਾਸਕ ਦਿਹਾੜਾ ਆ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਗੁਰਪੁਰਬ। ਭਾਵ ਅੱਜ ਦੇ ਦਿਹਾੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਰੀਰ ਕਰਕੇ ਇਸ ਸੰਸਾਰ ਤੋਂ ਰੁਖਸਤ ਹੋਏ, ਜਿਨ੍ਹਾਂ ਨੇ ਇੱਥੇ ਆ ਕੇ ਸਮਾਨਤਾ ਤੇ ਬਰਾਬਰਤਾ ਦੀ ਵਿਚਾਰ ਦਿੱਤੀ, ਜਿਨ੍ਹਾਂ ਨੇ ਇੱਥੇ ਆ ਕੇ ਬਾਬੇ ਸੱਤੇ ਬਲਵੰਡ ਦੇ ਬਚਨ ਪੜ੍ਹਦੇ ਆ ਨਾ ਵੀ ਹੋਰ ਹੀ ਗੰਗਾ ਵਿਖਾ ਦਿੱਤੀ ਸਮਾਨਤਾ ਤੇ ਬਰਾਬਰਤਾ ਦੀ। ਇਸੇ ਕਰਕੇ ਕਿਸੇ ਅਦੀਬ ਨੇ ਜ਼ਿਕਰ ਕੀਤਾ ਹੈ, ਨਾਨਕ ਆਜ਼ਮ ਕੀ ਖਰ ਤਾਲੀਮ ਆਲਮਗੀਰ ਥੀ ਉਲਫਤ ਇਨਸਾਨ ਕੀ ਜੀਤੀ ਜਾਗਤੀ ਤਸਵੀਰ ਥੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹਰ ਤਾਲੀਮ, ਹਰ ਸਿੱਖਿਆ, ਸਾਹਿਬ ਜੀ ਦੀ ਹਰ ਸਿੱਖਿਆ ਪੂਰੇ ਵਿਸ਼ਵ ਨਾਲ ਸੰਬੰਧਿਤ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹਰ ਉਪਦੇਸ਼ ਵਿਸ਼ਵਾਰਥੀ ਸੀ, ਭਾਵ ਪੂਰੇ ਵਿਸ਼ਵ ਨਾਲ। ਉਹਦੇ 'ਚ ਸਾਂਝੀਵਾਲਤਾ ਦੀ ਗੱਲ ਸੀ, ਉਲਫਤ ਇਨਸਾਨ ਕੀ, ਉਹਦੇ 'ਚ ਇਨਸਾਨੀ ਪਿਆਰ ਦੀ ਗੱਲ ਸੀ। ਇਹ ਕੀ ਕਾਰਨ? ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਉਪਦੇਸ਼, ਉਹਦੇ 'ਚ ਸਾਨੂੰ ਸਮਾਨਤਾ ਦਾ, ਸਾਂਝੀਵਾਲਤਾ ਦਾ, ਉਹਦੇ 'ਚ ਸਾਨੂੰ ਇਨਸਾਨੀ ਪਿਆਰ ਦੀ ਸਿੱਖਿਆ ਪ੍ਰਾਪਤ ਹੁੰਦੀ ਹੈ। ਤਾਂ ਹੀ ਉਹ ਇਤਨੇ ਪਾਕ ਤੇ ਕਿ ਪਾਕੀਜ਼ਗੀ ਕੋ ਨਾਜ਼ ਥਾ ਉਨ ਪੇ। ਪਾਕ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ, ਜਿਨ੍ਹਾਂ ਨੇ ਅੱਜ ਦੇ ਦਿਹਾੜੇ ਸਨ 1539 ਈਸਵੀ ਨੂੰ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਇਸ ਸੰਸਾਰ ਤੋਂ ਸਰੀਰ ਕਰਕੇ ਰੁਖਸਤ ਹੋਣ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਵੱਖਰੀ ਰੀਤ ਤੋਰੀ। ਥਾਪਿਆ ਲਹਿਣਾ ਜੀਵਨ ਦਾ ਜਾਂ ਗੁਰ ਚੇਲੇ ਰਹਿਰਾਸ ਕੀ।
सतगुरु सच्चे गुरु ने अपने चेले दे चरनां च नमस्कार कीती। भाव जिउंदे जी सतगुरु सच्चे पातशाह जी ने अपनी शरीरक हयाती दे विच भाई लहणे नूं गुरु अंगद साहिब जी दे रूप अंदर थापदियां होइयां ये वखरी रीत तोड़दियां अज दे दिहाड़े शरीर करके सतगुरु सच्चे पातशाह जी इस संसार तो रुखसत होए। गुरु कृपा करे साहिब जी दे पावन उपदेश, पावन सिक्ख्यावां, पावन बाणी दे रूप अंदर साडे कोल मौजूद ने। साहिब जी दे पावन उपदेश भाव पावन बाणी नूं आप पढ़ीए, आप समझिए, अपने जीवन दे विच वसाउण दा यतन करिए। धन गुरु ग्रंथ साहिब महाराज जी कृपा करन पावन बाणी दी ये विचार जीवन अंदर कमाउण दा यतन कर सकीए जी। भुल चुक दी खिमा फतेह दी सांझ पाइए जी। वाहिगुरु जी का खालसा वाहिगुरु जी की फतेह।